ਸਤਿ ਸ਼੍ਰੀ ਅਕਾਲ ਜੀ। ਲੈ ਕੇ ਆਏ ਜੀ ਅੱਜ ਇੱਕ ਹੋਰ ਨਵੀਂ ਕਹਾਣੀ। ਮੇਰਾ ਰਿਸ਼ਤਾ ਬਹੁਤ ਹੀ ਜਲਦਬਾਜ਼ੀ ਵਿੱਚ ਤੈਅ ਹੋਇਆ ਸੀ। 2 ਮਹੀਨਿਆਂ ਦੇ ਵਿੱਚ ਹੀ ਮੇਰੇ ਵਿਆਹ ਦੀ ਤਰੀਕ ਰੱਖ ਦਿੱਤੀ ਗਈ। ਮੇਰੇ ਪਾਪਾ ਬਹੁਤ ਹੀ ਪੁਰਾਣੇ ਖਿਆਲਾਂ ਦੇ ਆਦਮੀ ਸਨ, ਇਸ ਲਈ ਕਿਸੇ ਨੇ ਇਹ ਵੀ ਨਾ ਸੋਚਿਆ ਕਿ ਇੱਕ ਵਾਰ ਮੇਰੀ ਵੀ ਮਰਜ਼ੀ ਪੁੱਛ ਲਈ ਜਾਵੇ। ਮੈਨੂੰ ਤਾਂ ਕਿਸੇ ਨੇ ਲੜਕੇ ਦੀ ਫੋਟੋ ਤੱਕ ਵੀ ਨਹੀਂ ਸੀ ਦਿਖਾਈ। ਮੈਂ ਤਾਂ ਸਿਰਫ ਆਪਣੇ ਭਰਾ ਤੇ ਭਾਬੀਆਂ ਦੇ ਮੂੰਹੋਂ ਹੀ ਉਸ ਲੜਕੇ ਦੀ ਤਾਰੀਫ ਸੁਣੀ ਸੀ ਕਿ ਮੁੰਡਾ ਦੇਖਣ ਵਿੱਚ ਬਹੁਤ ਹੀ ਸੋਹਣਾ ਤੇ ਨੌਜਵਾਨ ਹੈ। ਪਰ ਮੇਰਾ ਦਿਲ ਵੀ ਚਾਹੁੰਦਾ ਸੀ ਕਿ ਮੈਂ ਇੱਕ ਵਾਰ ਉਸ ਮੁੰਡੇ ਨੂੰ ਦੇਖ ਤਾਂ ਲੈਂਦੀ ਜੋ ਮੇਰੀ ਸਾਰੀ ਜ਼ਿੰਦਗੀ ਦਾ ਮੇਰਾ ਹਮਸਫਰ ਬਣ ਜਾ ਰਿਹਾ ਸੀ। ਇੱਕ ਦਿਨ ਮੈਂ ਆਪਣੀ ਭਾਬੀ ਨੂੰ ਕਿਹਾ ਕਿ ਮੈਂ ਵੀ ਉਸ ਮੁੰਡੇ ਨੂੰ ਦੇਖਣਾ ਚਾਹੁੰਦੀ ਹਾਂ, ਤਾਂ ਮੇਰੀ ਭਾਬੀ ਨੇ ਆਪਣੇ ਕੰਨਾਂ ਨੂੰ ਹੱਥ ਲਗਾ ਕੇ ਕਹਿਣ ਲੱਗੀ ਕਿ ਪਾਪਾ ਤਾਂ ਇਸ ਗੱਲ ਨੂੰ ਬਿਲਕੁਲ ਵੀ ਨਹੀਂ ਮੰਨਣਗੇ। ਮੇਰੀ ਭਾਬੀ ਕਹਿਣ ਲੱਗੀ ਕਿ ਹਾਂ, ਜੇ ਤੂੰ ਕਹਿੰਦੀ ਆ ਤਾਂ ਮੈਂ ਪਾਪਾ ਤੋਂ ਚੋਰੀ ਉਸ ਮੁੰਡੇ ਦੀ ਫੋਟੋ ਤੈਨੂੰ ਦਿਖਾ ਸਕਦੀ ਹਾਂ। ਮੈਂ ਫੋਟੋ ਦੇਖਣ ਲਈ ਹੀ ਰਾਜੀ ਹੋ ਗਈ ਤੇ ਉਸ ਤੋਂ ਅੱਗੇ ਮੈਂ ਆਪਣੀ ਭਾਬੀ ਨੂੰ ਕੁਝ ਵੀ ਨਾ ਕਿਹਾ। ਮੈਂ ਕਿਹਾ ਕਿ ਮੈਂ ਉਦੋਂ ਹੀ ਫੋਟੋ ਦੇਖ ਕੇ ਤੁਹਾਨੂੰ ਵਾਪਸ ਕਰ ਦੇਵਾਂਗੀ। ਮੈਂ ਵੀ ਉਸ ਮੁੰਡੇ ਨੂੰ ਦੇਖਣਾ ਚਾਹੁੰਦੀ ਸੀ ਜਿਸ ਦੇ ਨਾਲ ਮੈਂ ਆਪਣੀ ਸਾਰੀ ਜ਼ਿੰਦਗੀ ਕੱਟਣੀ ਸੀ। ਮੈਂ ਉਸ ਨੂੰ ਬਿਨਾਂ ਦੇਖੇ ਆਪਣਾ ਪਤੀ ਕਿਵੇਂ ਸਵੀਕਾਰ ਕਰ ਸਕਦੀ ਸੀ। ਜਦੋਂ ਮੇਰੀ ਭਾਬੀ ਨੇ ਰਾਜਵੀਰ ਦੀ ਫੋਟੋ ਮੈਨੂੰ ਦਿਖਾਈ ਤਾਂ ਮੇਰੇ ਦਿਲ ਦੀਆਂ ਧੜਕਣਾਂ ਇੱਕਦਮ ਹੀ ਰੁਕ ਗਈਆਂ, ਕਿਉਂਕਿ ਮੈਂ ਅਜੇ ਤੱਕ ਇੰਨਾ ਸੋਹਣਾ ਸੁਨੱਖਾ ਮੁੰਡਾ ਨਹੀਂ ਸੀ ਦੇਖਿਆ ਤੇ ਨਾ ਹੀ ਮੈਂ ਕਦੇ ਸੋਚਿਆ ਸੀ ਕਿ ਮੇਰਾ ਘਰ ਵਾਲਾ ਇੰਨਾ ਹੀ ਜ਼ਿਆਦਾ ਸੋਹਣਾ ਹੋਵੇਗਾ। ਮੈਨੂੰ ਆਪਣੀ ਕਿਸਮਤ ਤੇ ਬਹੁਤ ਖੁਸ਼ੀ ਹੋ ਰਹੀ ਸੀ ਕਿ ਮੇਰੀ ਕਿਸਮਤ ਵਿੱਚ ਇੰਨਾ ਸੋਹਣਾ ਘਰ ਵਾਲਾ ਲਿਖਿਆ ਹੈ। ਮੈਂ ਤਾਂ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਮਨਾ ਰਹੀ ਸੀ ਕਿ ਪ੍ਰਮਾਤਮਾ ਨੇ ਇੰਨਾ ਸੋਹਣਾ ਮੁੰਡਾ ਮੇਰੀ ਜ਼ਿੰਦਗੀ ਵਿੱਚ ਲਿਖਿਆ ਸੀ। ਮੈਂ ਸੋਚ ਰਹੀ ਸੀ ਕਿ ਜਿੰਨਾ ਉਹ ਫੋਟੋ ਵਿੱਚ ਸੋਹਣਾ ਦਿਖਦਾ ਹੈ, ਕਾਸ਼ ਉਸ ਦਾ ਦਿਲ ਵੀ ਇੰਨਾ ਹੀ ਸੋਹਣਾ ਹੋਵੇ। ਮੈਂ ਵੀ ਸੋਹਣੀ ਸੁਨੱਖੀ ਸੀ। ਮੇਰੇ ਵਿਆਹ ਵਿੱਚ ਬਹੁਤ ਘੱਟ ਟਾਈਮ ਰਹਿ ਗਿਆ ਸੀ ਤੇ ਉਹ 2 ਮਹੀਨੇ ਵੀ ਛੇਤੀ ਛੇਤੀ ਲੰਘ ਗਏ। ਆਖਰ ਮੇਰੇ ਵਿਆਹ ਦਾ ਦਿਨ ਵੀ ਆ ਹੀ ਗਿਆ। ਮੇਰੇ ਸਹੁਰਿਆਂ ਤੇ ਮੇਰੇ ਪੇਕਿਆਂ ਨੇ ਸਾਡਾ ਵਿਆਹ ਬਹੁਤ ਹੀ ਧੂਮ-ਧਾਮ ਨਾਲ ਕੀਤਾ। ਵਿਆਹ ਵਿੱਚ ਕੋਈ ਵੀ ਤਰ੍ਹਾਂ ਦੀ ਰੁਕਾਵਟ ਨਹੀਂ ਆਈ। ਜਦੋਂ ਲਾਵਾਂ ਵੇਲੇ ਮੈਨੂੰ ਮੇਰੇ ਘਰ ਵਾਲੇ ਦੇ ਸਾਹਮਣੇ ਲਿਆਂਦਾ ਤਾਂ ਸਾਡੀਆਂ ਦੋਨਾਂ ਦੀਆਂ ਅੱਖਾਂ ਇੱਕ ਦੂਜੇ ਦੇ ਨਾਲ ਟਕਰਾ ਗਈਆਂ ਤੇ ਅਸੀਂ ਦੋਵੇਂ ਇੱਕ ਦੂਜੇ ਨੂੰ ਦੇਖ ਕੇ ਥੋੜਾ ਜਿਹਾ ਮੁਸਕਰਾਏ। ਰਾਜਵੀਰ ਵੀ ਇਸ ਰਿਸ਼ਤੇ ਤੋਂ ਬਹੁਤ ਖੁਸ਼ ਸੀ। ਜਦੋਂ ਮੈਨੂੰ ਵਿਦਾ ਕੀਤਾ ਗਿਆ ਤਾਂ ਫਿਰ ਮੈਂ ਆਪਣੇ ਸਹੁਰੇ ਘਰ ਆ ਗਈ ਤਾਂ ਮੈਨੂੰ ਇੱਕ ਕਮਰੇ ਵਿੱਚ ਬਿਠਾ ਦਿੱਤਾ ਗਿਆ, ਪਰ ਮੇਰੀ ਸੱਸ ਦੇ ਚਿਹਰੇ ਤੇ ਅਜੀਬ ਤਰ੍ਹਾਂ ਦੀ ਹੀ ਪਰੇਸ਼ਾਨੀ ਸੀ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਤਕਲੀਫ ਹੋ ਗਈ। ਸਰਦੀ ਦਾ ਮੌਸਮ ਸੀ, ਫਿਰ ਵੀ ਉਸਦੇ ਮੱਥੇ ਤੇ ਬਹੁਤ ਸਾਰਾ ਪਸੀਨਾ ਆ ਰਿਹਾ ਸੀ। ਮੈਂ ਸੋਚਿਆ ਕਿ ਸ਼ਾਇਦ ਉਹ ਵਿਆਹ ਦੇ ਕੰਮਕਾਜ ਕਰਕੇ ਥੱਕ ਗਏ ਹੋਣਗੇ। ਜਦ ਉਹ ਮੇਰੇ ਕਮਰੇ ਵਿੱਚੋਂ ਬਾਹਰ ਚਲੇ ਗਏ ਤਾਂ ਮੈਂ ਆਪਣੇ ਕਮਰੇ ਨੂੰ ਦੇਖਣ ਲੱਗੀ। ਮੇਰੇ ਕਮਰੇ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਸਜਾਇਆ ਹੋਇਆ ਸੀ। ਮੇਰਾ ਕਮਰਾ ਬਹੁਤ ਹੀ ਵੱਡਾ ਸੀ। ਮੇਰੇ ਦਹੇਜ ਵਿੱਚ ਆਏ ਹੋਏ ਸਮਾਨ ਨੂੰ ਵੀ ਚੰਗੀ ਤਰ੍ਹਾਂ ਸਜਾਇਆ ਗਿਆ ਸੀ ਤੇ ਬੈੱਡ ਨੂੰ ਵੀ ਪੂਰੇ ਡੈਕੋਰੇਸ਼ਨ ਕਰਕੇ ਸਜਾਇਆ ਗਿਆ ਸੀ। ਮੇਰੇ ਦਿਲ ਵਿੱਚ ਵੀ ਬਹੁਤ ਹੀ ਤਰ੍ਹਾਂ ਦੇ ਖਿਆਲ ਆਉਣ ਲੱਗੇ ਤੇ ਕਮਰੇ ਦਾ ਮਾਹੌਲ ਬਹੁਤ ਹੀ ਰੋਮਾਂਟਿਕ ਸੀ। ਕਮਰੇ ਦੀ ਸਜਾਵਟ ਰਾਜਵੀਰ ਨੇ ਆਪ ਖੁਦ ਕਰਵਾਈ ਸੀ। ਕਮਰੇ ਦੀ ਸਜਾਵਟ ਰਾਜਵੀਰ ਦੇ ਪਿਆਰ ਦਾ ਮੂੰਹ ਬੋਲਦਾ ਸਬੂਤ ਸੀ। ਉਹ ਆਪਣੀ ਸੁਹਾਗ ਰਾਤ ਨੂੰ ਇੱਕ ਯਾਦਗਾਰ ਬਣਾਉਣਾ ਚਾਹੁੰਦੇ ਸਨ। ਇਹ ਖਿਆਲ ਜਦੋਂ ਮੇਰੇ ਮਨ ਵਿੱਚ ਆਉਣ ਲੱਗੇ ਤਾਂ ਮੈਂ ਸ਼ਰਮ ਨਾਲ ਮੇਰੇ ਦਿਲ ਦੀ ਧੜਕਣ ਹੋਰ ਵੀ ਤੇਜ਼ ਹੋ ਗਈ ਤੇ ਮੈਂ ਰਾਜਵੀਰ ਦੇ ਬਾਰੇ ਸੋਚ ਕੇ ਮੇਰਾ ਦਿਲ ਹੋਰ ਵੀ ਤੇਜ਼ ਧੜਕਣ ਲੱਗਾ। ਫਿਰ ਅਚਾਨਕ ਕਮਰੇ ਦੀ ਲਾਈਟ ਬੰਦ ਹੋ ਗਈ ਤੇ ਇੱਕਦਮ ਹੀ ਕਮਰੇ ਵਿੱਚ ਹਨੇਰਾ ਹੋ ਗਿਆ। ਦਸੰਬਰ ਦਾ ਮਹੀਨਾ ਸੀ ਤੇ ਠੰਡ ਵੀ ਬਹੁਤ ਜ਼ਿਆਦਾ ਸੀ, ਇਸ ਲਈ ਗਰਮੀ ਦਾ ਤਾਂ ਕੋਈ ਸਵਾਲ ਹੀ ਨਹੀਂ ਸੀ ਪੈਦਾ ਹੋ ਸਕਦਾ। ਸਰਦੀ ਪੂਰੀ ਆਪਣੇ ਜ਼ੋਰਾਂ ਤੇ ਸੀ। ਕਮਰੇ ਵਿੱਚ ਇੰਨਾ ਹਨੇਰਾ ਸੀ ਕਿ ਮੈਨੂੰ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ। ਫਿਰ ਮੈਂ ਸੋਚਣ ਲੱਗੀ ਕਿ ਲਾਈਟ ਅਚਾਨਕ ਹੀ ਕਿਉਂ ਚਲੀ ਗਈ। ਮੈਂ ਸਵਿਚ ਆਨ ਆਫ ਕਰਕੇ ਦੇਖੀ, ਪਰ ਲਾਈਟ ਕਮਰੇ ਵਿੱਚ ਚੱਲ ਹੀ ਨਹੀਂ ਰਹੀ ਸੀ। ਸਾਰੇ ਘਰ ਦੀ ਹੀ ਲਾਈਟ ਬੰਦ ਸੀ। ਫਿਰ ਅਚਾਨਕ ਮੈਨੂੰ ਕਮਰੇ ਦੇ ਗੇਟ ਖੁੱਲ੍ਹਣ ਦੀ ਆਵਾਜ਼ ਆਈ ਤਾਂ ਨਾਲ ਦੀ ਨਾਲ ਕਮਰੇ ਦਾ ਦਰਵਾਜ਼ਾ ਬੰਦ ਹੋਣ ਦੀ ਵੀ ਆਵਾਜ਼ ਆਈ। ਮੈਨੂੰ ਹਨੇਰੇ ਵਿੱਚ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ, ਬਸ ਸਭ ਕੁਝ ਕਾਲਾ ਕਾਲਾ ਹੀ ਨਜ਼ਰ ਆ ਰਿਹਾ ਸੀ। ਤਾਂ ਮੈਂ ਹੌਲੀ ਦੇਣੀ ਕਿਹਾ ਕਿ ਕੌਣ ਹੈ, ਤਾਂ ਆਵਾਜ਼ ਆਈ ਕਿ ਮੈਂ ਰਾਜਵੀਰ, ਤੇਰਾ ਪਤੀ। ਇਹ ਜਦੋਂ ਮੈਂ ਰਾਜਵੀਰ ਦੇ ਮੂੰਹੋਂ ਸੁਣਿਆ ਤਾਂ ਮੈਂ ਸ਼ਰਮ ਦੇ ਨਾਲ ਅੱਗੇ ਹੋਰ ਬੋਲ ਹੀ ਨਾ ਸਕੀ। ਰਾਜਵੀਰ ਮੇਰੇ ਕੋਲ ਆ ਗਿਆ ਤੇ ਮੈਨੂੰ ਕਹਿਣ ਲੱਗਾ ਕਿ ਸਾਡੀ ਗਲੀ ਦੀ ਲਾਈਟ ਚਲੀ ਗਈ ਹੈ ਤੇ ਟਰਾਂਸਫਾਰਮ ਸੜ ਗਿਆ, ਇਸ ਲਈ ਸਾਰੀ ਰਾਤ ਲਾਈਟ ਨਹੀਂ ਆਵੇਗੀ ਤੇ ਆਪਾਂ ਨੂੰ ਹਨੇਰੇ ਵਿੱਚ ਹੀ ਆਪਣੀ ਸੁਹਾਗ ਰਾਤ ਮਨਾਉਣੀ ਪਵੇਗੀ। ਜਦੋਂ ਮੈਂ ਇਹ ਗੱਲ ਉਹਨਾਂ ਦੇ ਮੂੰਹੋਂ ਸੁਣੀ ਤਾਂ ਮੈਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਗਈ।
ਮੈਨੂੰ ਤਾਂ ਰਾਜਵੀਰ ਦਾ ਚਿਹਰਾ ਵੀ ਬਿਲਕੁਲ ਦਿਖਾਈ ਨਹੀਂ ਸੀ ਦੇ ਰਿਹਾ ਤੇ ਨਾ ਹੀ ਮੇਰੇ ਕੋਲ ਮੋਬਾਈਲ ਸੀ। ਮੋਬਾਈਲ ਮੇਰੇ ਪਰਸ ਵਿੱਚ ਸੀ ਤੇ ਪਰਸ ਦੂਸਰੇ ਕਮਰੇ ਵਿੱਚ ਅਲਮਾਰੀ ਵਿੱਚ ਰੱਖਿਆ ਹੋਇਆ ਸੀ। ਨਹੀਂ ਤਾਂ ਮੈਂ ਮੋਬਾਈਲ ਦੀ ਫਲੈਸ਼ ਜਗਾ ਲੈਂਦੀ। ਮੈਂ ਅਜੇ ਇਹੀ ਸੋਚ ਰਹੀ ਸੀ ਤਾਂ ਰਾਜਵੀਰ ਮੇਰੇ ਕੋਲ ਆ ਕੇ ਬੈਠ ਗਿਆ ਤੇ ਮੈਨੂੰ ਕਹਿਣ ਲੱਗਾ ਕਿ ਉਹ ਸ਼ਾਇਦ ਆਪਣੇ ਮੋਬਾਈਲ ਦੀ ਟਾਰਚ ਔਨ ਕਰਨਗੇ, ਪਰ ਉਹਨਾਂ ਨੇ ਇਸ ਤਰ੍ਹਾਂ ਦਾ ਕੁਝ ਵੀ ਨਾ ਕੀਤਾ। ਤਾਂ ਉਹ ਕਹਿਣ ਲੱਗੇ ਕਿ ਸੀਮਾ, ਅੱਜ ਆਪਾਂ ਨੂੰ ਹਨੇਰੇ ਵਿੱਚ ਹੀ ਰਾਤ ਕੱਟਣੀ ਪਵੇਗੀ, ਕਿਉਂਕਿ ਸੁਬਾਹ ਹੀ ਟਰਾਂਸਫਾਰਮ ਬਦਲਿਆ ਜਾਵੇਗਾ। ਮੈਂ ਅੱਗੋਂ ਸਿਰਫ ਹਾਂ ਵਿੱਚ ਹੀ ਜਵਾਬ ਦਿੱਤਾ, ਅੱਗੇ ਕੁਝ ਵੀ ਨਾ ਬੋਲ ਸਕੀ, ਕਿਉਂਕਿ ਮੇਰੀ ਪਹਿਲੀ ਹੀ ਰਾਤ ਰਾਜਵੀਰ ਦੇ ਨਾਲ ਸੀ। ਠੰਡ ਦਾ ਮੌਸਮ ਸੀ, ਪੱਖੇ ਦੀ ਤਾਂ ਕੋਈ ਜ਼ਰੂਰਤ ਹੀ ਨਹੀਂ ਸੀ, ਸਿਰਫ ਰੌਸ਼ਨੀ ਦੀ ਹੀ ਲੋੜ ਸੀ। ਕਮਰਾ ਪਹਿਲਾਂ ਹੀ ਕਾਫੀ ਠੰਡਾ ਸੀ। ਫਿਰ ਰਾਜਵੀਰ ਨੇ ਮੇਰਾ ਹੱਥ ਫੜਿਆ ਤੇ ਇੱਕ ਅੰਗੂਠੀ ਮੇਰੀ ਉਂਗਲ ਵਿੱਚ ਪਾ ਦਿੱਤੀ ਤੇ ਕਹਿਣ ਲੱਗਾ ਕਿ ਇਹ ਤੇਰੀ ਮੂੰਹ ਦਿਖਾਈ ਦਾ ਗਿਫਟ ਹੈ। ਉਹ ਮੇਰੀਆਂ ਤਾਰੀਫਾਂ ਕਰਨ ਲੱਗੇ ਤੇ ਕਹਿਣ ਲੱਗੇ ਕਿ ਮੈਂ ਜਿਸ ਤਰ੍ਹਾਂ ਸੋਚਿਆ ਸੀ ਮੈਨੂੰ ਉਸੇ ਤਰ੍ਹਾਂ ਦੀ ਹੀ ਤੂੰ ਮਿਲੀ ਹੈ। ਮੈਂ ਤੇਰੇ ਨਾਲ ਬਹੁਤ ਖੁਸ਼ ਹਾਂ। ਰਾਜਵੀਰ ਦੀਆਂ ਗੱਲਾਂ ਵਿੱਚ ਤਾਂ ਜਾਦੂ ਸੀ। ਉਹ ਮੇਰੀਆਂ ਤਾਰੀਫਾਂ ਹੀ ਕਰਦੇ ਰਹੇ ਤੇ ਮੈਂ ਉਹਨਾਂ ਦੀਆਂ ਗੱਲਾਂ ਦੇ ਜਾਦੂ ਵਿੱਚ ਆਪਣੀ ਜ਼ਿੰਦਗੀ ਦੇ ਸੁਪਨੇ ਦੇਖਣ ਲੱਗੀ। ਫਿਰ ਉਹ ਮੈਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨ ਲੱਗੇ ਤੇ ਹੌਲੀ ਹੌਲੀ ਮੇਰੇ ਸਾਰੇ ਗਹਿਣੇ ਆਪਣੇ ਹੱਥਾਂ ਨਾਲ ਉਤਾਰਨ ਲੱਗੇ। ਮੈਂ ਤਾਂ ਠੀਕ ਨਾਲ ਉਹਨਾਂ ਦਾ ਚਿਹਰਾ ਵੀ ਨਹੀਂ ਸੀ ਦੇਖ ਸਕੀ, ਬਸ ਉਹਨਾਂ ਦੀ ਆਵਾਜ਼ ਹੀ ਸੁਣ ਸਕਦੀ ਸੀ। ਮੈਂ ਪਹਿਲਾਂ ਵੀ ਉਹਨਾਂ ਦੀ ਆਵਾਜ਼ ਨੂੰ ਸੁਣਿਆ ਨਹੀਂ ਸੀ, ਬਸ ਅੱਜ ਹੀ ਪਹਿਲੀ ਵਾਰ ਉਹਨਾਂ ਦੀ ਆਵਾਜ਼ ਸੁਣੀ ਸੀ। ਰਾਜਵੀਰ ਨੇ ਹੌਲੀ ਹੌਲੀ ਮੇਰੀ ਸਾਰੀ ਜਵੈਲਰੀ ਉਤਾਰ ਦਿੱਤੀ ਤੇ ਉਹ ਹੌਲੀ ਹੌਲੀ ਮੇਰੇ ਕਰੀਬ ਆਉਣ ਲੱਗੇ। ਉਹ ਮੇਰੇ ਇੰਨਾ ਨੇੜੇ ਆ ਗਏ ਕਿ ਮੇਰੇ ਸਾਹ ਹੋਰ ਵੀ ਤੇਜ਼ ਹੋ ਗਏ। ਮੈਂ ਸਿਰਫ ਰਾਜਵੀਰ ਦੇ ਸਾਹਾਂ ਨੂੰ ਹੀ ਮਹਿਸੂਸ ਕਰ ਸਕਦੀ ਸੀ। ਹੌਲੀ ਹੌਲੀ ਸਾਡੇ ਵਿੱਚ ਸਾਰੀਆਂ ਦੂਰੀਆਂ ਖਤਮ ਹੋ ਗਈਆਂ। ਫਿਰ ਮੈਨੂੰ ਰਾਜਵੀਰ ਨੇ ਆਪਣੀਆਂ ਬਾਹਾਂ ਦੇ ਵਿੱਚ ਪੂਰੀ ਤਰ੍ਹਾਂ ਘੁੱਟ ਲਿਆ। ਰਾਜਵੀਰ ਨਾਲ ਗੁਜ਼ਾਰੇ ਹੋਏ ਸਾਰੇ ਪਲ ਮੇਰੇ ਲਈ ਬਹੁਤ ਹੀ ਕੀਮਤੀ ਬਣ ਗਏ ਸਨ। ਰਾਜਵੀਰ ਨੇ ਇੱਕ ਇੱਕ ਪਲ ਮੇਰੇ ਲਈ ਬਹੁਤ ਹੀ ਕੀਮਤੀ ਬਣਾ ਦਿੱਤਾ। ਮੈਂ ਰਾਜਵੀਰ ਨੂੰ ਆਪਣਾ ਪਤੀ ਦੇ ਰੂਪ ਵਿੱਚ ਦੇਖ ਕੇ ਬਹੁਤ ਹੀ ਖੁਸ਼ ਸੀ। ਜਦੋਂ ਸੁਬਾਹ ਹੋਈ ਤਾਂ ਮੇਰੀ ਅੱਖ ਚਿੜੀਆਂ ਦੇ ਚਹਿਕਣ ਨਾਲ ਖੁੱਲੀ। ਕਮਰੇ ਦੇ ਵਿੱਚ ਹਲਕੀ ਜਿਹੀ ਰੌਸ਼ਨੀ ਸੀ। ਕਮਰੇ ਦੇ ਵਿੱਚ ਗੁਲਾਬਾਂ ਦੀ ਖੁਸ਼ਬੂ ਹਜੇ ਤੱਕ ਵੀ ਮੇਰੇ ਲਈ ਇੱਕ ਜਾਦੂ ਦਾ ਕੰਮ ਕਰ ਰਹੀ ਸੀ। ਜਦੋਂ ਹੀ ਮੈਂ ਉਸ ਰਾਤ ਬਾਰੇ ਰਾਜਵੀਰ ਬਾਰੇ ਆਪਣੇ ਮਨ ਵਿੱਚ ਸੋਚਦੀ ਸੀ ਤਾਂ ਮੇਰੇ ਚਿਹਰੇ ਦੇ ਉੱਪਰ ਇੱਕ ਹਲਕੀ ਜਿਹੀ ਖੁਸ਼ੀ ਆ ਜਾਂਦੀ ਸੀ। ਪਰ ਜਦੋਂ ਮੈਂ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਮੈਂ ਦੂਸਰੇ ਪਾਸੇ ਦੇਖਿਆ ਤਾਂ ਮੇਰੇ ਨਾਲ ਵਾਲੀ ਜਗ੍ਹਾ ਬਿਲਕੁਲ ਖਾਲੀ ਸੀ। ਮੈਂ ਇੱਕਦਮ ਘਬਰਾ ਕੇ ਉੱਠ ਬੈਠੀ ਤੇ ਮੈਂ ਘਬਰਾ ਗਈ ਕਿ ਮੈਂ ਉੱਠਣ ਵਿੱਚ ਇੰਨੀ ਲੇਟ ਹੋ ਗਈ ਕਿ ਰਾਜਵੀਰ ਉੱਠ ਕੇ ਬਾਹਰ ਚਲਿਆ ਗਿਆ ਤੇ ਮੈਨੂੰ ਵੀ ਡਰ ਲੱਗ ਰਿਹਾ ਸੀ ਕਿ ਪਤਾ ਨਹੀਂ ਮੇਰੇ ਬਾਰੇ ਘਰ ਦੇ ਕੀ ਸੋਚਣਗੇ ਕਿ ਮੈਂ ਇੰਨਾ ਲੇਟ ਉੱਠੀ ਹਾਂ। ਫਿਰ ਮੈਨੂੰ ਰਾਜਵੀਰ ਤੇ ਵੀ ਗੁੱਸਾ ਆ ਰਿਹਾ ਸੀ ਕਿ ਉਸ ਨੇ ਮੈਨੂੰ ਵੀ ਕਿਉਂ ਨਾ ਆਪਣੇ ਨਾਲ ਹੀ ਉਠਾਇਆ। ਮੈਨੂੰ ਤਾਂ ਇਹ ਸੋਚ ਕੇ ਘਬਰਾਹਟ ਹੋ ਰਹੀ ਸੀ ਕਿ ਮੇਰਾ ਅੱਜ ਇਸ ਘਰ ਵਿੱਚ ਪਹਿਲਾ ਦਿਨ ਸੀ ਤੇ ਮੈਂ ਇੰਨਾ ਲੇਟ ਤੱਕ ਸੁੱਤੀ ਰਹੀ। ਮੈਂ ਤਾਂ ਸ਼ਰਮ ਨਾਲ ਪਾਣੀ ਹੋ ਗਈ ਸੀ ਤੇ ਮੈਂ ਜਦੋਂ ਕਮਰੇ ਵਿੱਚ ਲੱਗੀ ਹੋਈ ਟਾਈਮ ਪੀਸ ਵੱਲ ਦੇਖਿਆ ਤਾਂ ਟਾਈਮ ਪੀਸ ਤੇ 6 ਵੱਜ ਚੁੱਕੇ ਸੀ। ਮੈਂ ਜਲਦੀ ਆਪਣੇ ਖੁੱਲੇ ਹੋਏ ਵਾਲਾਂ ਦਾ ਜੂੜਾ ਬਣਾ ਕੇ ਜਦੋਂ ਕਮਰੇ ਦਾ ਗੇਟ ਖੋਲ੍ਹਿਆ ਤੇ ਹਾਲ ਵਿੱਚ ਦੇਖਿਆ ਤਾਂ ਸਾਰੇ ਘਰ ਵਿੱਚ ਚੁੱਪੀ ਛਾਈ ਹੋਈ ਸੀ। ਮੈਂ ਤਾਂ ਘਬਰਾ ਗਈ ਕਿ ਸਾਰੇ ਘਰ ਵਾਲੇ ਆਖਰ ਕਿੱਥੇ ਗਏ ਹਨ ਤੇ ਰਾਜਵੀਰ ਕਿੱਥੇ ਸੁਬਾਹ ਚਲੇ ਗਏ। ਫਿਰ ਮੈਂ ਵਾਪਸ ਆਪਣੇ ਕਮਰੇ ਵਿੱਚ ਹੀ ਆ ਗਈ, ਕਿਉਂਕਿ ਸਹੁਰੇ ਘਰ ਵਿੱਚ ਮੇਰੀ ਪਹਿਲੀ ਸੁਬਾਹ ਸੀ ਤੇ ਮੈਂ ਇਸ ਤਰ੍ਹਾਂ ਸਾਰੇ ਘਰ ਵਿੱਚ ਇਕੱਲੀ ਤੁਰ ਫਿਰ ਨਹੀਂ ਸੀ ਸਕਦੀ। ਇਸ ਲਈ ਮੈਂ ਕਮਰੇ ਵਿੱਚ ਹੀ ਬੈਠ ਗਈ ਤੇ ਰਾਜਵੀਰ ਦਾ ਇੰਤਜ਼ਾਰ ਕਰਨ ਲੱਗੀ। ਜਦੋਂ 8 ਵੱਜ ਗਏ ਤਾਂ ਮੈਨੂੰ ਬਾਹਰ ਕਿਸੇ ਦੇ ਬੋਲਣ ਦੀ ਆਵਾਜ਼ ਆਈ। ਮੈਂ ਇੱਕਦਮ ਕਮਰੇ ਦਾ ਗੇਟ ਖੋਲ੍ਹਿਆ ਤੇ ਬਾਹਰ ਨਿਕਲੀ। ਮੇਰੀ ਸੱਸ ਹਾਲ ਵਿੱਚ ਬੈਠੀ ਹੋਈ ਬਹੁਤ ਹੀ ਔਖੇ ਸਾਹ ਲੈ ਰਹੀ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹ ਹੁਣੇ ਹੀ ਕਿਤੋਂ ਆਈ ਹੋਵੇ। ਉਹ ਮੈਨੂੰ ਦੇਖ ਕੇ ਬਸ ਥੋੜਾ ਜਿਹਾ ਹੀ ਮੁਸਕਰਾਈ ਤੇ ਕਹਿਣ ਲੱਗੀ ਕਿ ਆਓ ਬੇਟਾ, ਮੇਰੇ ਕੋਲ ਆਓ ਤੇ ਇੱਥੇ ਬੈਠ ਜਾਓ। ਮੈਂ ਜਾ ਕੇ ਆਪਣੀ ਸੱਸ ਦੇ ਪੈਰੀਂ ਹੱਥ ਲਾਏ ਤੇ ਉਹਨਾਂ ਦੇ ਕੋਲ ਜਾ ਕੇ ਬੈਠ ਗਈ ਤੇ ਉਹ ਮੈਨੂੰ ਕਹਿਣ ਲੱਗੀ ਕਿ ਬੇਟਾ, ਰਾਤ ਨੂੰ ਅਚਾਨਕ ਹੀ ਮੇਰੀ ਤਬੀਅਤ ਖਰਾਬ ਹੋ ਗਈ ਤੇ ਮੈਂ ਤੇ ਰਾਜਵੀਰ ਅਸੀਂ ਹਸਪਤਾਲ ਗਏ ਸੀ। ਇਸੇ ਕਰਕੇ ਰਾਜਵੀਰ ਤੇਰੇ ਕੋਲ ਨਹੀਂ ਆਇਆ। ਮੈਨੂੰ ਮਾਫ਼ ਕਰ ਦੇ, ਇਹ ਸਭ ਕੁਝ ਮੇਰੀ ਵਜ੍ਹਾ ਨਾਲ ਹੀ ਹੋਇਆ। ਮੈਂ ਸਮਝ ਗਈ ਸੀ ਕਿ ਰਾਜਵੀਰ ਸੁਬਾਹ ਉੱਠ ਕੇ ਕਿਉਂ ਬਾਹਰ ਚਲਾ ਗਿਆ ਸੀ ਕਿ ਮੰਮੀ ਦੀ ਸਿਹਤ ਠੀਕ ਨਹੀਂ ਸੀ ਤੇ ਉਹ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਸਨ। ਪਰ ਜਦੋਂ ਅਗਲੀ ਗੱਲ ਮੇਰੀ ਸੱਸ ਨੇ ਮੈਨੂੰ ਕਹੀ ਤਾਂ ਮੈਂ ਉਹ ਸੁਣ ਕੇ ਘਬਰਾ ਗਈ। ਤਾਂ ਮੇਰੀ ਸੱਸ ਕਹਿਣ ਲੱਗੀ ਕਿ ਬੇਟਾ, ਮੁਆਫ਼ ਕਰ ਦੇ, ਸਾਰੀ ਰਾਤ ਸਾਨੂੰ ਮਾਂ ਪੁੱਤਾਂ ਨੂੰ ਬਾਹਰ ਹੀ ਰਹਿਣਾ ਪਿਆ।
ਮੇਰੀ ਸਿਹਤ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ ਸੀ ਤੇ ਰਾਜਵੀਰ ਮੈਨੂੰ ਰਾਤ ਨੂੰ ਹਸਪਤਾਲ ਲੈ ਕੇ ਚਲਾ ਗਿਆ। ਸਾਨੂੰ ਨਹੀਂ ਪਤਾ ਸੀ ਕਿ ਹਸਪਤਾਲ ਵਿੱਚ ਸਾਡੀ ਸਾਰੀ ਰਾਤ ਹੀ ਗੁਜ਼ਰ ਜਾਵੇਗੀ। ਮੈਂ ਰਾਜਵੀਰ ਨੂੰ ਵੀ ਕਿਹਾ ਸੀ ਕਿ ਤੂੰ ਘਰ ਚਲਾ ਜਾ, ਪਰ ਰਾਜਵੀਰ ਕਹਿਣ ਲੱਗਿਆ ਕਿ ਮੰਮੀ ਕੋਈ ਗੱਲ ਨਹੀਂ, ਮੈਂ ਤੁਹਾਡੇ ਕੋਲ ਹਾਂ, ਆਪਾਂ ਇਕੱਠੇ ਹੀ ਘਰ ਜਾਵਾਂਗੇ। ਅਸੀਂ ਤਾਂ ਹੁਣੇ ਹੀ ਵਾਪਸ ਆਏ ਹਾਂ ਤੇ ਰਾਜਵੀਰ ਮੈਨੂੰ ਇੱਥੇ ਬਿਠਾ ਕੇ ਮੈਡੀਕਲ ਤੋਂ ਹੋਰ ਮੈਡੀਸਨ ਲੈਣ ਗਿਆ ਜੋ ਡਾਕਟਰ ਨੇ ਲਿਖੀ ਸੀ ਤੇ ਮੇਰੇ ਡ੍ਰਿਪ ਲਗਾਉਣੀ ਹੈ। ਪਰ ਜੋ ਮੇਰੀ ਸੱਸ ਨੇ ਮੈਨੂੰ ਗੱਲ ਕਹੀ, ਉਸ ਨੇ ਤਾਂ ਮੇਰੇ ਸਿਰ ਵਿੱਚ ਇੱਕ ਜਿਵੇਂ ਬੰਬ ਸੁੱਟਣ ਵਰਗਾ ਹੀ ਕੰਮ ਕਰ ਦਿੱਤਾ। ਮੈਂ ਸੋਚਣ ਲੱਗੀ ਕਿ ਜੇ ਉਹ ਰਾਜਵੀਰ ਨਹੀਂ ਸੀ ਤਾਂ ਸਾਰੀ ਰਾਤ ਮੈਂ ਕਿਸ ਦੇ ਨਾਲ ਗੁਜ਼ਾਰੀ। ਮੈਨੂੰ ਤਾਂ ਕੁਝ ਵੀ ਸਮਝ ਨਹੀਂ ਸੀ ਆ ਰਹੀ ਤੇ ਮੈਨੂੰ ਘਬਰਾਹਟ ਹੋ ਰਹੀ ਸੀ ਕਿ ਮੈਂ ਸਾਰੀ ਰਾਤ ਪਤਾ ਨਹੀਂ ਕਿਸ ਦੇ ਨਾਲ ਲੰਘਾ ਦਿੱਤੀ। ਮੈਨੂੰ ਤਾਂ ਬਹੁਤ ਹੀ ਜ਼ਿਆਦਾ ਘਬਰਾਹਟ ਹੋ ਰਹੀ ਸੀ ਤੇ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਤੇ ਮੈਨੂੰ ਅਚਾਨਕ ਹੀ ਚੱਕਰ ਆਉਣ ਲੱਗੇ। ਮੇਰਾ ਤਾਂ ਇਹੀ ਸੋਚ ਕੇ ਬੁਰਾ ਹਾਲ ਸੀ ਕਿ ਮੈਂ ਪਤਾ ਨਹੀਂ ਆਪਣੀ ਪਹਿਲੀ ਰਾਤ ਕਿਸ ਦੇ ਨਾਲ ਗੁਜ਼ਾਰ ਦਿੱਤੀ। ਮੈਂ ਪਤਾ ਨਹੀਂ ਕਿਸ ਨੂੰ ਆਪਣਾ ਸਾਰਾ ਕੁਝ ਸੌਂਪ ਦਿੱਤਾ। ਆਖਰ ਉਹ ਇਨਸਾਨ ਕੌਣ ਸੀ ਜਿਸ ਨੇ ਮੇਰੇ ਨਾਲ ਐਡਾ ਵੱਡਾ ਧੋਖਾ ਕੀਤਾ ਤੇ ਉਸ ਨੇ ਰਾਜਵੀਰ ਦਾ ਨਾਂ ਲੈ ਕੇ ਮੇਰੀ ਮਜਬੂਰੀ ਦਾ ਫਾਇਦਾ ਚੁੱਕਿਆ। ਉਹ ਤਾਂ ਆਪਣੀ ਖੇਡ ਖੇਡ ਗਿਆ ਸੀ ਪਰ ਮੇਰੀ ਸਾਰੀ ਜ਼ਿੰਦਗੀ ਬਰਬਾਦ ਕਰ ਗਿਆ। ਮੈਂ ਇਹੀ ਸੋਚ ਰਹੀ ਸੀ ਤਾਂ ਇੰਨੇ ਨੂੰ ਰਾਜਵੀਰ ਆ ਗਿਆ। ਉਹ ਮੈਨੂੰ ਦੇਖ ਕੇ ਮੇਰੇ ਵੱਲ ਮਿੱਠੀ ਜਿਹੀ ਮੁਸਕਰਾਹਟ ਦਿੱਤੀ। ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਲੈ ਰਾਜਵੀਰ ਵੀ ਆ ਗਿਆ। ਰਾਜਵੀਰ ਨੇ ਮੈਨੂੰ ਹੈਲੋ ਕੀਤਾ ਤਾਂ ਮੇਰੇ ਦਿਮਾਗ ਵਿੱਚ ਖਤਰੇ ਦੀ ਘੰਟੀ ਵੱਜਣ ਲੱਗੀ ਕਿ ਇਹ ਆਵਾਜ਼ ਤਾਂ ਰਾਤ ਵਾਲੀ ਆਵਾਜ਼ ਦੇ ਨਾਲ ਬਿਲਕੁਲ ਵੀ ਨਹੀਂ ਮਿਲਦੀ। ਜਿਸ ਆਦਮੀ ਨੇ ਮੈਨੂੰ ਸਾਰੀ ਰਾਤ ਮੇਰੇ ਨਾਲ ਪਿਆਰ ਭਰੀਆਂ ਗੱਲਾਂ ਕੀਤੀਆਂ, ਮੇਰਾ ਤਾਂ ਦਿਲ ਧੜਕਣਾ ਹੀ ਭੁੱਲ ਗਿਆ। ਮੈਨੂੰ ਤਾਂ ਆਪਣੇ ਆਪ ਤੇ ਹੀ ਗੁੱਸਾ ਆ ਰਿਹਾ ਸੀ। ਮੈਂ ਚੁੱਪਚਾਪ ਉੱਥੋਂ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਤਾਂ ਕੁਝ ਟਾਈਮ ਬਾਅਦ ਜਦੋਂ ਮੇਰੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ, ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ। ਮੈਨੂੰ ਤਾਂ ਹੁਣ ਇਸ ਗੱਲ ਦਾ ਡਰ ਸੀ ਕਿ ਪਤਾ ਨਹੀਂ ਮੇਰੇ ਨਾਲ ਆਖਰ ਕੀ ਹੋਵੇਗਾ। ਪਰ ਮੈਂ ਰਾਜਵੀਰ ਨੂੰ ਦੇਖ ਕੇ ਘਬਰਾ ਗਈ। ਰਾਜਵੀਰ ਨੇ ਕਮਰੇ ਦਾ ਗੇਟ ਬੰਦ ਕਰ ਦਿੱਤਾ ਤਾਂ ਰਾਜਵੀਰ ਕਹਿਣ ਲੱਗਿਆ ਕਿ ਆਈ ਐਮ ਸੌਰੀ ਯਾਰ, ਤੂੰ ਮੈਨੂੰ ਮਾਫ਼ ਕਰ ਦੇ। ਮੈਂ ਸਾਰੀ ਰਾਤ ਤੈਨੂੰ ਬਹੁਤ ਇੰਤਜ਼ਾਰ ਕਰਵਾਇਆ ਤੇ ਤੈਨੂੰ ਮੈਂ ਦੱਸ ਕੇ ਵੀ ਨਾ ਗਿਆ ਕਿਉਂਕਿ ਮੰਮੀ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਤੇ ਮੈਨੂੰ ਦੱਸਣ ਦਾ ਮੌਕਾ ਹੀ ਨਾ ਮਿਲਿਆ। ਇੱਕਦਮ ਹੀ ਉਹ ਬੇਹੋਸ਼ ਹੋ ਗਏ। ਉਹਨਾਂ ਦਾ ਬੀਪੀ ਬਹੁਤ ਜ਼ਿਆਦਾ ਹਾਈ ਹੋ ਗਿਆ ਸੀ। ਮੈਂ ਤੈਨੂੰ ਇਸ ਕਰਕੇ ਨਹੀਂ ਦੱਸਿਆ ਕਿ ਮੈਂ ਰੀਮਾ ਨੂੰ ਸਭ ਕੁਝ ਦੱਸ ਕੇ ਗਿਆ ਸੀ ਕਿ ਉਹ ਤੈਨੂੰ ਮੰਮੀ ਬਾਰੇ ਦੱਸ ਦੇਵੇ ਤੇ ਮੈਂ ਇਹ ਵੀ ਕਹਿ ਕੇ ਗਿਆ ਸੀ ਕਿ ਰੀਮਾ ਤੇਰੇ ਕੋਲ ਹੀ ਸੌਂ ਜਾਵੇ। ਰਾਜਵੀਰ ਲਗਾਤਾਰ ਬੋਲ ਰਿਹਾ ਸੀ ਤਾਂ ਮੈਂ ਉਸ ਵੱਲ ਦੇਖ ਰਹੀ ਸੀ ਕਿ ਜੋ ਮੇਰੇ ਨਾਲ ਹੋਇਆ, ਮੈਂ ਤਾਂ ਉਹ ਰਾਜਵੀਰ ਨੂੰ ਕੁਝ ਵੀ ਨਹੀਂ ਸੀ ਦੱਸ ਸਕਦੀ। ਮੇਰਾ ਤਾਂ ਸਭ ਕੁਝ ਹੀ ਖਤਮ ਹੋ ਗਿਆ ਸੀ। ਹੁਣ ਤਾਂ ਪਾਣੀ ਸਿਰ ਦੇ ਉੱਪਰੋਂ ਲੰਘ ਗਿਆ ਸੀ ਪਰ ਮੇਰੇ ਵੀ ਵੱਸ ਦੀ ਕੋਈ ਗੱਲ ਨਹੀਂ ਸੀ। ਮੇਰੇ ਨਾਲ ਜਿਸ ਆਦਮੀ ਨੇ ਜ਼ਬਰਦਸਤੀ ਕੀਤੀ ਸੀ, ਉਸ ਨੇ ਮੇਰੇ ਨਾਲ ਬਹੁਤ ਵੱਡਾ ਧੋਖਾ ਤੇ ਪਾਪ ਕੀਤਾ ਸੀ। ਮੇਰੀਆਂ ਅੱਖਾਂ ਵਿੱਚੋਂ ਹੰਝੂ ਆਪਣੇ ਆਪ ਵਗਣ ਲੱਗ ਗਏ। ਮੈਂ ਸਿਰਫ ਹਾਂ ਵਿੱਚ ਹੀ ਸਿਰ ਹਿਲਾ ਦਿੱਤਾ। ਮੈਂ ਰਾਜਵੀਰ ਨੂੰ ਦੱਸਿਆ ਕਿ ਨਾ ਤਾਂ ਰੀਮਾ ਹੀ ਕਮਰੇ ਵਿੱਚ ਆਈ ਤੇ ਨਾ ਹੀ ਉਸਨੇ ਮੈਨੂੰ ਮੰਮੀ ਬਾਰੇ ਕੁਝ ਦੱਸਿਆ ਸੀ। ਮੈਂ ਇੰਨਾ ਕਹਿ ਕੇ ਹੋਰ ਰੋਣ ਲੱਗ ਪਈ ਤਾਂ ਉਹ ਕਹਿਣ ਲੱਗਿਆ ਕਿ ਮੈਨੂੰ ਪਤਾ ਕਿ ਇੱਕ ਔਰਤ ਲਈ ਇਹ ਸਭ ਕੁਝ ਬਰਦਾਸ਼ਤ ਕਰਨਾ ਕਿੰਨਾ ਔਖਾ ਹੈ। ਤੂੰ ਮੈਨੂੰ ਮਾਫ਼ ਕਰ ਦੇ। ਅੱਗੇ ਤੋਂ ਮੈਂ ਇਸ ਤਰ੍ਹਾਂ ਦੀ ਕੋਈ ਵੀ ਗਲਤੀ ਨਹੀਂ ਕਰਾਂਗਾ। ਮੈਨੂੰ ਵੀ ਪਤਾ ਕਿ ਤੇਰੇ ਦਿਲ ਤੇ ਕੀ ਬੀਤੀ ਹੋਵੇਗੀ ਤੇ ਤੇਰੇ ਮਨ ਵਿੱਚ ਮੇਰੇ ਲਈ ਕੀ ਖਿਆਲ ਆਏ ਹੋਣਗੇ ਕਿ ਮੈਂ ਪਤਾ ਨਹੀਂ ਕਿਉਂ ਬਾਹਰ ਰਿਹਾ। ਮੈਂ ਤੇਰੇ ਨਾਲ ਵਿਆਹ ਕਰਾ ਕੇ ਖੁਸ਼ ਹਾਂ ਕਿ ਨਹੀਂ ਖੁਸ਼, ਪਰ ਮੇਰੇ ਮਨ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਗੱਲ ਨਹੀਂ। ਬਸ ਮੰਮੀ ਨੂੰ ਅਚਾਨਕ ਹੀ ਹਸਪਤਾਲ ਲੈ ਕੇ ਜਾਣਾ ਪਿਆ ਤੇ ਮੇਰੀ ਸਾਰੀ ਰਾਤ ਉੱਥੇ ਹੀ ਲੰਘ ਗਈ। ਪਰ ਰਾਜਵੀਰ ਨੂੰ ਕੀ ਪਤਾ ਸੀ ਕਿ ਮੇਰੀ ਉਹ ਰਾਤ ਕਿਸ ਤਰ੍ਹਾਂ ਦੀ ਲੰਘੀ ਹੈ। ਮੈਂ ਤਾਂ ਉਸ ਰਾਤ ਨੂੰ ਆਪਣਾ ਇੱਕ ਯਾਦਗਾਰ ਸੁਪਨਾ ਮੰਨ ਬੈਠੀ ਸੀ। ਮੈਨੂੰ ਨਹੀਂ ਪਤਾ ਸੀ ਕਿ ਉਸ ਸੁਪਨੇ ਨੇ ਤਾਂ ਮੇਰੀ ਸਾਰੀ ਜ਼ਿੰਦਗੀ ਹੀ ਤਬਾਹ ਕਰ ਦਿੱਤੀ। ਮੈਂ ਜੋ ਪਿਆਰ ਰਾਜਵੀਰ ਲਈ ਆਪਣੇ ਦਿਲ ਵਿੱਚ ਰੱਖਿਆ ਸੀ, ਉਸ ਦੇ ਨਜ਼ਾਰੇ ਤਾਂ ਕੋਈ ਹੋਰ ਹੀ ਲੈ ਗਿਆ। ਮੇਰੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਗ ਰਹੇ ਸਨ। ਰਾਜਵੀਰ ਮੇਰੇ ਹੋਰ ਨੇੜੇ ਆ ਗਿਆ ਤੇ ਰਾਜਵੀਰ ਦੀਆਂ ਅੱਖਾਂ ਵਿੱਚ ਇੱਕ ਅਜੀਬ ਤਰ੍ਹਾਂ ਦਾ ਹੀ ਨਸ਼ਾ ਸੀ। ਮੈਨੂੰ ਪਤਾ ਸੀ ਕਿ ਰਾਜਵੀਰ ਹੁਣ ਮੇਰੇ ਨੇੜੇ ਆਵੇਗਾ ਤੇ ਉਹ ਸਭ ਕੁਝ ਕਰੇਗਾ, ਪਰ ਮੈਂ ਰਾਜਵੀਰ ਨੂੰ ਧੱਕਾ ਦੇ ਦਿੱਤਾ ਤੇ ਉਸ ਨੂੰ ਆਪਣੇ ਆਪ ਤੋਂ ਪਾਸੇ ਕਰ ਦਿੱਤਾ ਤੇ ਮੈਂ ਹੋਰ ਉੱਚੀ ਰੋਣ ਲੱਗ ਪਈ ਤਾਂ ਰਾਜਵੀਰ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਕਹਿਣ ਲੱਗਿਆ ਕਿ ਸੀਮਾ ਮੈਨੂੰ ਮਾਫ਼ ਕਰ ਦੇ। ਮੈਨੂੰ ਨਹੀਂ ਪਤਾ ਕਿ ਰੀਮਾ ਵੀ ਇੰਨੀ ਅਣਗਹਿਲੀ ਕਰੇਗੀ ਤੇ ਉਹ ਤੈਨੂੰ ਇਸ ਬਾਰੇ ਕੁਝ ਵੀ ਨਹੀਂ ਦੱਸੇਗੀ।
ਮੈਨੂੰ ਪਤਾ ਕਿ ਤੇਰੇ ਦਿਲ ਤੇ ਕੀ ਬੀਤੀ ਹੋਵੇਗੀ। ਸ਼ਾਇਦ ਮੈਨੂੰ ਸਾਰੀ ਜ਼ਿੰਦਗੀ ਹੀ ਇਸ ਗਲਤੀ ਦਾ ਅਹਿਸਾਸ ਹੋਵੇਗਾ। ਪਰ ਜਿਉਂ-ਜਿਉਂ ਰਾਜਵੀਰ ਮੇਰੇ ਨੇੜੇ ਆ ਰਿਹਾ ਸੀ ਤਾਂ ਮੈਨੂੰ ਲੰਘੀ ਹੋਈ ਰਾਤ ਬਾਰੇ ਮੇਰੇ ਮਨ ਵਿੱਚ ਖਿਆਲ ਆਉਣ ਲੱਗੇ ਤੇ ਮੇਰੇ ਮਨ ਵਿੱਚ ਇੱਕ ਡਰ ਵੀ ਸੀ ਕਿ ਪਤਾ ਨਹੀਂ ਉਸ ਆਦਮੀ ਨੇ ਮੇਰੇ ਨਾਲ ਅਜਿਹਾ ਕਿਉਂ ਕੀਤਾ। ਉਸਨੇ ਮੇਰੀ ਉਹ ਸੁਪਨਿਆਂ ਵਾਲੀ ਰਾਤ ਨੂੰ ਇੱਕ ਭਿਆਨਕ ਰਾਤ ਕਿਉਂ ਬਣਾ ਦਿੱਤਾ ਤੇ ਇਹ ਮੇਰੇ ਤੋਂ ਇੰਨਾ ਵੱਡਾ ਪਾਪ ਕਿਵੇਂ ਹੋ ਗਿਆ। ਮੈਂ ਆਪਣੇ ਮਨ ਵਿੱਚ ਸੋਚ ਰਹੀ ਸੀ ਕਿ ਮੈਂ ਆਪਣੇ ਪਤੀ ਰਾਜਵੀਰ ਨੂੰ ਧੋਖਾ ਦੇ ਦਿੱਤਾ। ਮੈਂ ਤਾਂ ਬਸ ਇਹੀ ਗੱਲ ਨੂੰ ਸੋਚ-ਸੋਚ ਕੇ ਘਬਰਾ ਰਹੀ ਸੀ ਕਿ ਮੈਂ ਆਪਣੇ ਹੱਥੀਂ ਆਪਣੀ ਜ਼ਿੰਦਗੀ ਉਜਾੜ ਦਿੱਤੀ। ਮੈਂ ਤਾਂ ਬਸ ਇਹੀ ਸੋਚ ਰਹੀ ਸੀ ਕਿ ਉਹ ਆਦਮੀ ਮੇਰੇ ਕਮਰੇ ਵਿੱਚ ਕਿਵੇਂ ਆਇਆ ਤੇ ਉਸਨੇ ਹਨੇਰੇ ਦਾ ਫਾਇਦਾ ਚੁੱਕਿਆ। ਮੈਂ ਤਾਂ ਇਹੀ ਸੋਚ ਰਹੀ ਸੀ ਕਿ ਮੈਂ ਰਾਜਵੀਰ ਨੂੰ ਇਸ ਬਾਰੇ ਕੀ ਦੱਸਾਂਗੀ। ਮੇਰੀ ਗੱਲ ਤੇ ਤਾਂ ਕਿਸੇ ਨੇ ਵਿਸ਼ਵਾਸ ਵੀ ਨਹੀਂ ਕਰਨਾ। ਮੇਰੇ ਦਿਮਾਗ ਵਿੱਚ ਤਾਂ ਬਸ ਹੁਣ ਤਰ੍ਹਾਂ-ਤਰ੍ਹਾਂ ਦੇ ਸਵਾਲ ਹੀ ਆ ਰਹੇ ਸੀ। ਜੇ ਮੈਂ ਚੁੱਪ ਰਹਿੰਦੀ ਤਾਂ ਸ਼ਾਇਦ ਸਾਰੀ ਉਮਰ ਇਸ ਪਾਪ ਦੇ ਬੋਝ ਨੂੰ ਮੈਂ ਨਾਲ ਲੈ ਕੇ ਨਹੀਂ ਸੀ ਚੱਲ ਸਕਦੀ। ਉਹ ਤਾਂ ਮੈਨੂੰ ਪਲ-ਪਲ ਅੰਦਰੇ ਹੀ ਅੰਦਰ ਘੁੱਟ ਰਿਹਾ ਸੀ। ਜੇ ਮੈਂ ਇਹ ਸਭ ਕੁਝ ਰਾਜਵੀਰ ਨੂੰ ਸੱਚ-ਸੱਚ ਦੱਸ ਦਿੰਦੀ ਤਾਂ ਸ਼ਾਇਦ ਰਾਜਵੀਰ ਨੇ ਮੇਰੀ ਗੱਲ ਤੇ ਵਿਸ਼ਵਾਸ ਨਹੀਂ ਸੀ ਕਰਨਾ। ਉਸਨੇ ਤਾਂ ਇਹੀ ਸਮਝਣਾ ਸੀ ਕਿ ਮੈਂ ਆਪਣੇ ਪੇਕਿਆਂ ਤੋਂ ਹੀ ਆਪਣੇ ਆਸ਼ਿਕ ਨੂੰ ਆਪਣੇ ਨਾਲ ਲੈ ਕੇ ਆਈ ਹਾਂ। ਮੈਂ ਤਾਂ ਇਸ ਰਾਹ ਤੇ ਖੜੀ ਸੀ ਕਿ ਮੈਨੂੰ ਤਾਂ ਇਸ ਦਾ ਕੋਈ ਵੀ ਰਾਸਤਾ ਨਹੀਂ ਸੀ ਦਿਖ ਰਿਹਾ। ਮੇਰੇ ਤਾਂ ਦਿਮਾਗ ਤੇ ਬਸ ਡਰ ਹੀ ਘੁੰਮ ਰਿਹਾ ਸੀ। ਇੱਕ ਗੱਲ ਹੋਰ ਦਾ ਵੀ ਮੇਰੇ ਮਨ ਤੇ ਬਹੁਤ ਡਰ ਸੀ ਕਿ ਜਦੋਂ ਰਾਜਵੀਰ ਰਾਤ ਨੂੰ ਮੇਰੇ ਨੇੜੇ ਆਵੇਗਾ ਤਾਂ ਸ਼ਾਇਦ ਉਸਨੂੰ ਪਤਾ ਲੱਗ ਜਾਵੇਗਾ ਕਿ ਮੈਂ ਕੁਆਰੀ ਨਹੀਂ ਹਾਂ। ਮੈਂ ਤੇ ਆਪਣਾ ਕੁਆਰਾਪਣ ਕਿਸੇ ਨੂੰ ਸੌਂਪ ਚੁੱਕੀ ਹਾਂ। ਇਹੀ ਸੋਚ-ਸੋਚ ਕੇ ਤਾਂ ਮੇਰਾ ਦਿਲ ਕੰਬ ਰਿਹਾ ਸੀ। ਮੈਂ ਰਾਜਵੀਰ ਤੋਂ ਇਲਾਵਾ ਕਦੇ ਵੀ ਆਪਣੇ ਮਨ ਵਿੱਚ ਕਿਸੇ ਬਾਰੇ ਨਹੀਂ ਸੀ ਸੋਚਿਆ। ਰਾਜਵੀਰ ਹੀ ਮੇਰੀ ਜ਼ਿੰਦਗੀ ਵਿੱਚ ਆਉਣ ਵਾਲਾ ਪਹਿਲਾ ਮਰਦ ਸੀ। ਉਸ ਦੇ ਲਈ ਹੀ ਮੇਰੇ ਦਿਲ ਦੀਆਂ ਧੜਕਣਾਂ ਬੇਕਾਬੂ ਹੋਈਆਂ ਸੀ। ਉਸ ਨੂੰ ਤਾਂ ਮੈਂ ਆਪਣੀ ਜਿੰਦ ਜਾਨ ਮੰਨ ਚੁੱਕੀ ਸੀ ਤੇ ਤਣੋਂ ਮਨੋਂ ਆਪਣਾ ਪਤੀ ਮੰਨਿਆ ਸੀ। ਪਤਾ ਨਹੀਂ ਉਹ ਘਟੀਆ ਇਨਸਾਨ ਕੌਣ ਸੀ ਜਿਸ ਨੇ ਇੱਕ ਰਾਤ ਵਿੱਚ ਹੀ ਮੇਰੇ ਤੋਂ ਮੇਰੇ ਜਿਉਣ ਦਾ ਹੱਕ ਹੀ ਖੋਹ ਲਿਆ ਸੀ। ਮੈਂ ਤਾਂ ਗੁੱਸੇ ਵਿੱਚ ਆਪਣੇ ਵਾਲਾਂ ਨੂੰ ਹੀ ਪੱਟ ਰਹੀ ਸੀ। ਸੁਬਾਹ ਦੇ 10 ਵੱਜ ਚੁੱਕੇ ਸੀ। ਜਦੋਂ ਕਮਰੇ ਦਾ ਗੇਟ ਖੁੱਲਿਆ ਤਾਂ ਮੇਰੀ ਨਨਾਣ ਰੀਮਾ ਸੀ। ਤਾਂ ਰੀਮਾ ਮੈਨੂੰ ਕਹਿਣ ਲੱਗੀ ਕਿ ਭਾਬੀ ਆਓ, ਆਪਾਂ ਸਾਰੇ ਨਾਸ਼ਤਾ ਕਰਦੇ ਹਾਂ। ਰੀਮਾ ਰਾਜਵੀਰ ਦੀ ਭੈਣ ਸੀ। ਉਹ ਸਿਰਫ 2 ਭੈਣ ਭਰਾ ਹੀ ਸੀ। ਹੋਰ ਘਰ ਵਿੱਚ ਕੋਈ ਵੀ ਮਰਦ ਨਹੀਂ ਸੀ। ਮੇਰੇ ਸਹੁਰੇ ਦੀ ਤਾਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਮੈਂ ਤਾਂ ਇਹੀ ਸੋਚ ਰਹੀ ਸੀ ਕਿ ਮੇਰੇ ਨਾਲ ਇੰਨਾ ਘਟੀਆ ਖੇਡ ਕਿਸ ਨੇ ਖੇਡੀ। ਬਸ ਇਹੀ ਇੱਕ ਸਵਾਲ ਮੇਰੀ ਜਾਨ ਲੈ ਰਿਹਾ ਸੀ। ਮੈਂ ਉੱਠ ਕੇ ਵਾਸ਼ਰੂਮ ਚਲੀ ਗਈ ਤੇ ਆਪਣਾ ਮੂੰਹ ਹੱਥ ਧੋ ਕੇ ਬਾਹਰ ਚਲੀ ਗਈ। ਬਾਹਰ ਡਾਈਨਿੰਗ ਟੇਬਲ ਤੇ ਨਾਸ਼ਤਾ ਲੱਗਾ ਸੀ ਤੇ ਰਾਜਵੀਰ ਡਾਈਨਿੰਗ ਟੇਬਲ ਤੇ ਹੀ ਬੈਠਾ ਸੀ ਤੇ ਨਾਲ ਮੇਰੀ ਨਨਾਣ ਰੀਮਾ ਸੀ। ਮੇਰੀ ਸੱਸ ਡਾਈਨਿੰਗ ਟੇਬਲ ਤੇ ਨਹੀਂ ਸੀ। ਉਹਨਾਂ ਦੀ ਤਬੀਅਤ ਖਰਾਬ ਸੀ ਤੇ ਉਹ ਇਸ ਲਈ ਆਪਣੇ ਕਮਰੇ ਵਿੱਚ ਹੀ ਸੌਂ ਰਹੇ ਸੀ। ਮੈਂ ਰਾਜਵੀਰ ਦੇ ਨਾਲ ਵਾਲੀ ਕੁਰਸੀ ਤੇ ਜਾ ਕੇ ਬੈਠ ਗਈ। ਉਹ ਆਪਣੀ ਭੈਣ ਦੇ ਨਾਲ ਗੁੱਸੇ ਹੋ ਰਿਹਾ ਸੀ ਕਿ ਤੂੰ ਆਪਣੀ ਭਾਬੀ ਨੂੰ ਰਾਤ ਨੂੰ ਕਿਉਂ ਨਹੀਂ ਸਭ ਕੁਝ ਦੱਸਿਆ। ਤੇ ਉਹ ਰਾਜਵੀਰ ਰੀਮਾ ਨੂੰ ਕਹਿਣ ਲੱਗਿਆ ਕਿ ਤੂੰ ਆਪਣੀ ਭਾਬੀ ਨੂੰ ਕਿਉਂ ਨਹੀਂ ਦੱਸਿਆ ਤੇ ਉਹਨਾਂ ਦੇ ਕਮਰੇ ਵਿੱਚ ਜਾ ਕੇ ਕਿਉਂ ਨਹੀਂ ਸੁੱਤੀ। ਤਾਂ ਰੀਮਾ ਕਹਿਣ ਲੱਗੀ ਕਿ ਮੈਂ ਵੀ ਬਹੁਤ ਥੱਕੀ ਹੋਈ ਸੀ ਤੇ ਮੈਂ ਥੱਲੇ ਹੀ ਸੌਂ ਗਈ ਤੇ ਮੈਨੂੰ ਨੀਂਦ ਆ ਗਈ। ਮੈਨੂੰ ਵੀ ਪਤਾ ਹੀ ਨਾ ਲੱਗਿਆ ਕਿ ਮੈਂ ਕਦੋਂ ਸੌਂ ਗਈ। ਤਾਂ ਰੀਮਾ ਆਪਣੇ ਭਰਾ ਨੂੰ ਕਹਿਣ ਲੱਗੀ ਕਿ ਰਾਤ ਨੂੰ ਆਪਣੇ ਘਰ ਦੀ ਲਾਈਟ ਵੀ ਬੰਦ ਹੋ ਗਈ ਸੀ ਪਰ ਆਪਣੇ ਗੁਆਂਢ ਵਿੱਚ ਤਾਂ ਲਾਈਟ ਚੱਲ ਰਹੀ ਸੀ। ਪਤਾ ਨਹੀਂ ਆਪਣੇ ਘਰ ਦੀ ਲਾਈਟ ਨੂੰ ਕੀ ਹੋ ਗਿਆ। ਅਸੀਂ ਤਾਂ ਸਾਰੀ ਰਾਤ ਹੀ ਹਨੇਰੇ ਵਿੱਚ ਹੀ ਕੱਟੀ। ਜਦੋਂ ਮੈਂ ਰੀਮਾ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਮੇਰੇ ਮੂੰਹ ਵਿੱਚ ਬੁਰਕੀ ਫੁੱਲਣ ਲੱਗੀ ਤੇ ਫਿਰ ਰੀਮਾ ਕਹਿਣ ਲੱਗੀ ਕਿ ਵੀਰੇ ਰਾਤ ਨੂੰ ਲਾਈਟ ਬੰਦ ਹੋ ਗਈ ਸੀ ਤੇ ਫਿਰ ਮੈਨੂੰ ਨੀਂਦ ਆ ਗਈ ਤੇ ਮੈਂ ਸੌਂ ਗਈ। ਪਰ ਜਦੋਂ ਮੈਂ ਸਵੇਰ ਆਪਣੇ ਘਰ ਦੀ ਮੇਨ ਸਵਿੱਚ ਦੇਖੀ ਤਾਂ ਕਿਸੇ ਨੇ ਬੰਦ ਕਰ ਦਿੱਤੀ ਸੀ। ਮੈਨੂੰ ਨਹੀਂ ਪਤਾ ਕਿ ਇਹ ਸ਼ਰਾਰਤ ਕਿਸ ਨੇ ਕੀਤੀ। ਜਦੋਂ ਰੀਮਾ ਨੇ ਇਹ ਗੱਲ ਦੱਸੀ ਤਾਂ ਇੱਕ ਵਾਰ ਰਾਜਵੀਰ ਚੁੱਪ ਹੋ ਗਿਆ ਤੇ ਫਿਰ ਉਹ ਕਹਿਣ ਲੱਗਿਆ ਕਿ ਸ਼ਾਇਦ ਮੇਰੇ ਦੋਸਤਾਂ ਨੇ ਹੀ ਕੀਤੀ ਹੋਵੇਗੀ। ਉਹ ਰਾਤ ਨੂੰ ਜਾਣ ਲੱਗਿਆਂ ਨੇ ਹੀ ਉਹਨਾਂ ਨੇ ਇਹ ਸ਼ਰਾਰਤ ਕੀਤੀ ਹੋਵੇਗੀ। ਇਹ ਕਹਿ ਕੇ ਤਾਂ ਰਾਜਵੀਰ ਨੇ ਗੱਲ ਖਤਮ ਕਰ ਦਿੱਤੀ ਪਰ ਮੇਰੇ ਦਿਮਾਗ ਵਿੱਚ ਤਰ੍ਹਾਂ-ਤਰ੍ਹਾਂ ਦੇ ਸਵਾਲ ਆ ਰਹੇ ਸੀ ਕਿ ਉਸ ਹਨੇਰੀ ਰਾਤ ਨੇ ਤਾਂ ਮੇਰਾ ਸਭ ਕੁਝ ਹੀ ਲੁੱਟ ਲਿਆ ਸੀ। ਮੈਂ ਬਸ ਥੋੜਾ ਬਹੁਤਾ ਨਾਸ਼ਤਾ ਕੀਤਾ ਤੇ ਆਪਣੇ ਕਮਰੇ ਵਿੱਚ ਆ ਗਈ। ਮੈਂ ਤਾਂ ਬਸ ਇਹੀ ਸੋਚ-ਸੋਚ ਕੇ ਘਬਰਾ ਰਹੀ ਸੀ ਕਿ ਮੇਰੇ ਨਾਲ ਇਹ ਸਭ ਕੁਝ ਕਿਵੇਂ ਹੋ ਗਿਆ। ਮੇਰੇ ਦਿਮਾਗ ਤੋਂ ਇਹ ਬੋਝ ਉਤਰ ਹੀ ਨਹੀਂ ਸੀ ਰਿਹਾ। ਮੈਂ ਇਹੀ ਸੋਚ ਰਹੀ ਸੀ ਤਾਂ ਅਚਾਨਕ ਮੇਰੇ ਫੋਨ ਤੇ ਉੱਪਰ ਰਿੰਗ ਵੱਜੀ। ਜਦੋਂ ਮੈਂ ਫੋਨ ਚੱਕਿਆ ਤਾਂ ਕੋਈ ਅਣਜਾਣ ਨੰਬਰ ਤੋਂ ਕਾਲ ਆਈ ਸੀ। ਮੈਂ ਜਿਵੇਂ ਹੀ ਫੋਨ ਔਨ ਕੀਤਾ ਤਾਂ ਮੇਰੇ ਹੋਸ਼ ਹੀ ਉੱਡ ਗਏ ਕਿ ਇਹ ਤਾਂ ਉਹੀ ਰਾਤ ਵਾਲਾ ਆਦਮੀ ਸੀ ਤੇ ਕਹਿਣ ਲੱਗਾ ਕਿ
ਮੈਨੂੰ ਕਹਿਣ ਲੱਗਿਆ ਕਿ ਕਿਵੇਂ ਹਾਂ, ਕਿਵੇਂ ਹੋ ਸੀਮਾ। ਜਦੋਂ ਮੈਂ ਉਹੀ ਆਵਾਜ਼ ਫੋਨ ਤੇ ਸੁਣੀ ਤਾਂ ਮੈਂ ਘਬਰਾ ਗਈ ਤੇ ਮੇਰੇ ਫੋਨ ਹੱਥ ਵਿੱਚੋਂ ਡਿੱਗਣ ਲੱਗਾ ਹੀ ਸੀ ਤੇ ਮੈਂ ਡਿੱਗਣ ਤੋਂ ਬਚਾ ਲਿਆ। ਮੈਂ ਤਾਂ ਘਬਰਾ ਗਈ ਕਿ ਉਹ ਮੇਰਾ ਨਾਮ ਵੀ ਜਾਣਦਾ ਸੀ ਤੇ ਮੇਰਾ ਨੰਬਰ ਵੀ। ਤਾਂ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੇਰੇ ਨਾਲ ਗੁਜ਼ਾਰੀ ਹੋਈ ਰਾਤ ਨੂੰ ਭੁੱਲ ਨਹੀਂ ਸਕਦਾ ਤੇ ਮੈਂ ਤੇਰੇ ਨਾਲ ਹਰ ਰਾਤ ਉਸੇ ਤਰ੍ਹਾਂ ਹੀ ਗੁਜ਼ਾਰਨੀ ਚਾਹੁੰਦਾ ਹਾਂ। ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲੈ, ਤੂੰ ਰਾਜਵੀਰ ਨੂੰ ਆਪਣੇ ਨੇੜੇ ਨਹੀਂ ਆਉਣ ਦੇਣਾ। ਜੇ ਤੂੰ ਰਾਜਵੀਰ ਦੇ ਨਾਲ ਆਪਣੇ ਸੰਬੰਧ ਬਣਾਏ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਪਰ ਇੱਕ ਗੱਲ ਤੂੰ ਮੈਨੂੰ ਦੱਸ, ਮੈਂ ਤੈਨੂੰ ਉਸ ਰਾਤ ਖੁਸ਼ ਕੀਤਾ ਕਿ ਨਹੀਂ? ਤੂੰ ਮੇਰੇ ਨਾਲ ਖੁਸ਼ ਸੀ ਕਿ ਨਹੀਂ? ਇਹ ਕਹਿ ਕੇ ਉਹ ਫਿਰ ਜ਼ੋਰ-ਜ਼ੋਰ ਨਾਲ ਹੱਸਣ ਲੱਗਾ। ਮੇਰਾ ਤਾਂ ਗੁੱਸੇ ਨਾਲ ਦਿਮਾਗ ਫਟਣ ਵਾਲਾ ਹੋਇਆ ਪਿਆ ਸੀ। ਮੈਂ ਤਾਂ ਫੋਨ ਕੱਟ ਦਿੱਤਾ। ਮੈਨੂੰ ਤਾਂ ਕੁਝ ਵੀ ਸਮਝ ਨਹੀਂ ਸੀ ਆ ਰਹੀ ਕਿ ਮੈਂ ਹੁਣ ਕੀ ਕਰਾਂ। ਇਸ ਗੱਲ ਨੂੰ ਮੈਂ ਅਜੇ ਤੱਕ ਰਾਜਵੀਰ ਤੋਂ ਲੁਕੋ ਕੇ ਰੱਖਿਆ ਸੀ। ਉਹ ਮੇਰੀ ਜ਼ਿੰਦਗੀ ਨੂੰ ਬਰਬਾਦ ਕਰ ਚੁੱਕਾ ਸੀ ਤੇ ਅੱਗੇ ਵੀ ਕਰ ਰਿਹਾ ਸੀ। ਮੈਂ ਤਾਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਸੀ ਤੇ ਮੈਂ ਬਿਲਕੁਲ ਵੀ ਨਹੀਂ ਸੀ ਜਾਣਦੀ ਕਿ ਉਹ ਬੰਦਾ ਕੌਣ ਹੈ। ਮੈਂ ਤਾਂ ਆਪਣੀ ਪਿਛਲੀ ਜ਼ਿੰਦਗੀ ਵਿੱਚ ਵੀ ਬਾਰੇ ਆਪਣੇ ਦਿਮਾਗ ਵਿੱਚ ਸੋਚਿਆ ਕਿ ਆਖਰ ਅਜਿਹਾ ਕਿਹੜਾ ਬੰਦਾ ਜੋ ਮੇਰੀ ਜ਼ਿੰਦਗੀ ਵਿੱਚ ਆਇਆ ਤੇ ਉਹ ਅੱਜ ਮੈਨੂੰ ਇਸ ਤਰ੍ਹਾਂ ਪਰੇਸ਼ਾਨ ਕਰ ਰਿਹਾ। ਪਰ ਮੈਨੂੰ ਕੋਈ ਵੀ ਨਜ਼ਰ ਨਹੀਂ ਸੀ ਆ ਰਿਹਾ ਕਿਉਂਕਿ ਮੇਰਾ ਕਿਸੇ ਨਾਲ ਕੋਈ ਵੀ ਸੰਬੰਧ ਨਹੀਂ ਸੀ। ਫਿਰ ਉਸ ਬੰਦੇ ਨੇ ਮੈਨੂੰ ਹਨੇਰੇ ਵਿੱਚ ਹੀ ਮੇਰੀਆਂ ਤੇ ਆਪਣੀਆਂ ਕੁਝ ਫੋਟੋ ਦਿਖਾਈਆਂ ਜੋ ਉਸਨੇ ਮੇਰੇ ਨਾਲ ਲਈਆਂ ਸਨ। ਪਰ ਮੈਨੂੰ ਨਹੀਂ ਸੀ ਪਤਾ ਕਿ ਉਸਨੇ ਮੇਰੀਆਂ ਫੋਟੋ ਮੇਰੇ ਸੌਣ ਤੋਂ ਬਾਅਦ ਹੀ ਲਈਆਂ ਸੀ। ਉਸਨੇ ਫੋਟੋ ਵਿੱਚ ਆਪਣਾ ਚਿਹਰਾ ਤਾਂ ਲੁਕੋ ਲਿਆ ਸੀ ਪਰ ਮੇਰਾ ਚਿਹਰਾ ਸਾਫ਼-ਸਾਫ਼ ਨਜ਼ਰ ਆ ਰਿਹਾ ਸੀ ਕਿਉਂਕਿ ਮੈਂ ਸੁੱਤੀ ਪਈ ਸੀ ਤੇ ਉਸਨੇ ਆਪਣੀ ਬਾਂਹ ਦੇ ਉੱਪਰ ਮੇਰਾ ਸਿਰ ਰੱਖ ਕੇ ਆਪਣੇ ਬਿਲਕੁਲ ਕਰੀਬ ਮੇਰੀਆਂ ਫੋਟੋ ਖਿੱਚੀਆਂ ਸਨ। ਜਦੋਂ ਮੈਂ ਉਹ ਫੋਟੋਆਂ ਦੇਖੀਆਂ ਤਾਂ ਮੈਂ ਹੋਰ ਵੀ ਘਬਰਾ ਗਈ ਤੇ ਮੈਨੂੰ ਲੱਗਦਾ ਸੀ ਕਿ ਮੈਂ ਪਾਗਲ ਹੋ ਜਾਵਾਂਗੀ। ਮੈਂ ਤਾਂ ਉਸਨੂੰ ਵਾਰ-ਵਾਰ ਬਸ ਇਹੀ ਪੁੱਛ ਰਹੀ ਸੀ ਕਿ ਆਖਰ ਤੂੰ ਹੈ ਕੌਣ? ਕਿਉਂ ਤੂੰ ਮੇਰੀ ਜ਼ਿੰਦਗੀ ਨੂੰ ਬਰਬਾਦ ਕਰਨ ਤੇ ਲੱਗਾ? ਪਰ ਉਹ ਜਵਾਬ ਵਿੱਚ ਉੱਚੀ-ਉੱਚੀ ਹੱਸਣ ਲੱਗ ਪੈਂਦਾ ਸੀ। ਪਰ ਇਹ ਰਾਜ ਜ਼ਿਆਦਾ ਟਾਈਮ ਤੱਕ ਰਾਜ ਨਹੀਂ ਰਿਹਾ। ਜਦੋਂ ਵੀ ਰਾਜਵੀਰ ਮੇਰੇ ਨੇੜੇ ਆਉਂਦਾ ਤਾਂ ਮੈਂ ਉਸਨੂੰ ਕਿਸੇ ਨਾ ਕਿਸੇ ਬਹਾਨਾ ਬਣਾ ਕੇ ਆਪਣੇ ਤੋਂ ਦੂਰ ਕਰ ਦਿੰਦੀ। ਪਰ ਮੈਨੂੰ ਪਤਾ ਸੀ ਕਿ ਰਾਜਵੀਰ ਮੇਰਾ ਪਤੀ ਹੈ ਤੇ ਉਸਦਾ ਹੱਕ ਹੈ। ਉਹ ਕਦੋਂ ਤੱਕ ਮੇਰੇ ਤੋਂ ਦੂਰ ਰਹਿੰਦਾ। ਪਰ ਮੇਰੇ ਦਿਲ ਵਿੱਚ ਵੀ ਹਮੇਸ਼ਾ ਇਹੀ ਡਰ ਰਹਿੰਦਾ ਸੀ ਕਿ ਜੇ ਰਾਜਵੀਰ ਮੇਰੇ ਨੇੜੇ ਆਇਆ ਤੇ ਮੇਰੀ ਪਹਿਲੀ ਰਾਤ ਦਾ ਸੱਚ ਪਤਾ ਲੱਗਾ ਤਾਂ ਉਹ ਮੈਨੂੰ ਤਲਾਕ ਦੇ ਦੇਵੇਗਾ। ਤੇ ਦੂਜਾ ਡਰ ਇਹ ਸੀ ਕਿ ਜੇ ਉਸ ਬੰਦੇ ਨੂੰ ਮੇਰੇ ਤੇ ਰਾਜਵੀਰ ਬਾਰੇ ਪਤਾ ਲੱਗ ਗਿਆ ਤਾਂ ਉਹ ਮੇਰੀਆਂ ਤੇ ਆਪਣੀਆਂ ਝੂਠੀਆਂ ਤਸਵੀਰਾਂ ਦਿਖਾ ਕੇ ਮੇਰੀ ਜ਼ਿੰਦਗੀ ਬਰਬਾਦ ਕਰ ਦੇਵੇਗਾ। ਇੱਕ ਔਰਤ ਲਈ ਆਪਣਾ ਘਰ ਉਸਦੇ ਲਈ ਬਹੁਤ ਹੀ ਕੀਮਤੀ ਹੁੰਦਾ ਹੈ। ਉਸ ਤੋਂ ਬਾਅਦ ਉਸਦੀ ਇੱਜ਼ਤ। ਜੇ ਉਹ ਮੇਰੀਆਂ ਫੋਟੋ ਸ਼ੇਅਰ ਕਰ ਦਿੰਦਾ ਤਾਂ ਮੇਰੀ ਸਾਰੀ ਜ਼ਿੰਦਗੀ ਬਰਬਾਦ ਹੋ ਜਾਣੀ ਸੀ ਤੇ ਮੇਰੀ ਇੱਜ਼ਤ ਮਿੱਟੀ ਵਿੱਚ ਰੁਲ ਜਾਣੀ ਸੀ ਤੇ ਮੈਨੂੰ ਰਾਜਵੀਰ ਨੇ ਤਲਾਕ ਦੇ ਦੇਣਾ ਸੀ। ਤੇ ਕੋਈ ਵੀ ਔਰਤ ਨਹੀਂ ਚਾਹੁੰਦੀ ਕਿ ਵਿਆਹ ਤੋਂ ਬਾਅਦ ਉਸਦਾ ਤਲਾਕ ਹੋ ਜਾਵੇ। ਮੈਂ ਤਾਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਸੀ ਤੇ ਹਰ ਵਕਤ ਮੇਰਾ ਦਿਲ ਡਰਿਆ ਹੀ ਰਹਿੰਦਾ ਸੀ। ਇੱਕ ਵਾਰ ਤਾਂ ਮੇਰੇ ਹੋਸ਼ ਹੀ ਉੱਡ ਗਏ। ਮੇਰੀ ਨਨਾਣ ਰੀਮਾ ਦੀ ਮੰਗਣੀ ਹੋ ਚੁੱਕੀ ਸੀ। ਉਹ ਦੋਨੋਂ ਇੱਕ ਕਲਾਸ ਵਿੱਚ ਹੀ ਪੜ੍ਹਦੇ ਸਨ। ਰੀਮਾ ਦਾ ਮੰਗੇਤਰ ਤੇ ਮੇਰੀ ਸੱਸ ਨੇ ਮੈਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਅੱਜ ਸੰਦੀਪ ਸਾਡੇ ਘਰ ਵਿੱਚ ਹੀ ਰਾਤ ਦਾ ਖਾਣਾ ਖਾਵੇਗਾ। ਤੂੰ ਖਾਣੇ ਦੀ ਤਿਆਰੀ ਕਰ ਲਵੀਂ। ਜਦੋਂ ਸੰਦੀਪ ਸਾਡੇ ਘਰ ਆਇਆ ਤਾਂ ਮੈਂ ਕਿਚਨ ਵਿੱਚ ਖਾਣਾ ਬਣਾ ਰਹੀ ਸੀ ਤੇ ਰੀਮਾ ਵੀ ਮੇਰੀ ਮਦਦ ਕਰ ਰਹੀ ਸੀ। ਉਹ ਮੈਨੂੰ ਕਹਿਣ ਲੱਗੀ ਕਿ ਭਾਬੀ ਤੁਸੀਂ ਇੱਕ ਕੰਮ ਕਰਿਓ, ਤੁਸੀਂ ਸੰਦੀਪ ਨੂੰ ਕਹਿ ਦਿਓ ਕਿ ਸਾਰਾ ਖਾਣਾ ਰੀਮਾ ਨੇ ਹੀ ਬਣਾਇਆ ਹੈ ਕਿਉਂਕਿ ਸੰਦੀਪ ਨੂੰ ਮੇਰੇ ਹੱਥਾਂ ਦਾ ਖਾਣਾ ਪਸੰਦ ਨਹੀਂ। ਉਹ ਪਹਿਲਾਂ ਵੀ 1-2 ਵਾਰ ਸਾਡੇ ਘਰ ਆਇਆ ਹੈ ਕਿਉਂਕਿ ਸੰਦੀਪ ਤੇ ਰਾਜਵੀਰ ਦੋਨੋਂ ਇੱਕ ਕਲਾਸ ਵਿੱਚ ਹੀ ਪੜ੍ਹਦੇ ਸਨ ਤੇ ਉਹ ਦੋਨੋਂ ਦੋਸਤ ਹਨ। ਇਸ ਕਰਕੇ ਉਹ ਵੀਰੇ ਦੇ ਨਾਲ 1-2 ਵਾਰ ਆਪਣੇ ਘਰ ਪਹਿਲਾਂ ਵੀ ਆਇਆ। ਮੈਂ ਹੱਸਦੀ ਹੋਈ ਕਹਿਣ ਲੱਗੀ ਕਿ ਮੈਂ ਕਹਿ ਦੇਵਾਂਗੀ ਕਿ ਮੈਨੂੰ ਪਤਾ ਕਿ ਇੱਕ ਕੁੜੀ ਦੇ ਲਈ ਇਹ ਸਭ ਕੁਝ ਕਿੰਨਾ ਔਖਾ ਹੁੰਦਾ ਹੈ ਕਿਉਂਕਿ ਹਰ ਇੱਕ ਕੁੜੀ ਦੀ ਇਹੀ ਇੱਛਾ ਹੁੰਦੀ ਹੈ ਕਿ ਉਸਦੇ ਘਰ ਵਾਲਾ ਉਸਦੇ ਬਣੇ ਹੋਏ ਖਾਣੇ ਦੀ ਤਾਰੀਫ ਕਰੇ। ਮੈਂ ਤੇ ਰੀਮਾ ਨੇ ਡਾਈਨਿੰਗ ਟੇਬਲ ਤੇ ਸਾਰਾ ਖਾਣਾ ਲਗਾ ਦਿੱਤਾ ਤੇ ਸੰਦੀਪ ਤੇ ਰਾਜਵੀਰ ਵੀ ਡਾਈਨਿੰਗ ਟੇਬਲ ਤੇ ਆ ਕੇ ਬੈਠ ਗਏ। ਜਦੋਂ ਸੰਦੀਪ ਨੇ ਪਹਿਲੀ ਬੁਰਕੀ ਮੂੰਹ ਵਿੱਚ ਪਾਈ ਤਾਂ ਉਸਨੇ ਕਿਹਾ ਕਿ ਖਾਣਾ ਬਹੁਤ ਹੀ ਜ਼ਿਆਦਾ ਸਵਾਦ ਹੈ। ਉਹ ਮੇਰੇ ਵੱਲ ਹੀ ਦੇਖ ਰਿਹਾ ਸੀ। ਮੈਨੂੰ ਉਸ ਦੀਆਂ ਨਜ਼ਰਾਂ ਵਿੱਚ ਅਜੀਬ ਤਰ੍ਹਾਂ ਦੀ ਚਲਾਕੀ ਨਜ਼ਰ ਆ ਰਹੀ ਸੀ। ਉਹ ਹਰ ਗੱਲ ਮੇਰੇ ਵੱਲ ਦੇਖ ਕੇ ਹੀ ਕਰਦਾ ਸੀ ਤੇ ਫਿਰ ਉਹ ਕਹਿਣ ਲੱਗਾ ਕਿ ਖਾਣਾ ਬਹੁਤ ਸਵਾਦ ਹੈ। ਜਿਸਨੇ ਖਾਣਾ ਬਣਾਇਆ ਮੇਰਾ ਦਿਲ ਕਰਦਾ ਕਿ ਮੈਂ ਉਸਦੇ ਹੱਥ ਵੀ ਚੁੰਮ ਲਵਾਂ। ਮੈਂ ਜਦੋਂ ਸੰਦੀਪ ਦੇ ਮੂੰਹ ਇਹ ਗੱਲ ਸੁਣੀ ਤਾਂ ਮੇਰੇ ਮੂੰਹ ਵਿੱਚ ਬੁਰਕੀ ਫੁੱਲਣ ਲੱਗੀ। ਮੇਰੇ ਤੋਂ ਖਾਣਾ ਜ਼ਿਆਦਾ ਖਾਧਾ ਨਾ ਗਿਆ। ਮੇਰੀ ਭੁੱਖ ਹੀ ਮਰ ਗਈ ਕਿਉਂਕਿ ਜੋ ਆਵਾਜ਼ ਮੈਂ ਸੰਦੀਪ ਦੀ ਸੁਣੀ
ਉਹੀ ਆਵਾਜ਼ ਉਸ ਰਾਤ ਉਸ ਆਦਮੀ ਦੀ ਸੀ। ਉਹਨਾਂ ਦੋਹਾਂ ਦੀ ਆਵਾਜ਼ ਇੱਕੋ ਜਿਹੀ ਸੀ। ਮੈਂ ਸਮਝ ਗਈ ਸੀ ਕਿ ਉਸ ਰਾਤ ਵੀ ਸੰਦੀਪ ਹੀ ਮੇਰੇ ਕਮਰੇ ਵਿੱਚ ਸੀ। ਜਦੋਂ ਦਾ ਡਾਈਨਿੰਗ ਟੇਬਲ ਤੇ ਬੈਠਾ ਸੀ ਤਾਂ ਮੇਰੇ ਵੱਲ ਬਹੁਤ ਹੀ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ। ਹਰ ਗੱਲ ਵਿੱਚ ਮਜ਼ਾਕ ਕਰ ਰਿਹਾ ਸੀ। ਮੈਂ ਥੋੜਾ ਜਿਹਾ ਖਾਣਾ ਖਾਧਾ ਤੇ ਡਾਈਨਿੰਗ ਟੇਬਲ ਤੋਂ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਕਮਰੇ ਵਿੱਚ ਜਾ ਕੇ ਆਪਣੇ ਕਮਰੇ ਦਾ ਗੇਟ ਬੰਦ ਕਰ ਲਿਆ। ਮੈਂ ਹਜੇ ਬੈੱਡ ਤੇ ਹੀ ਬੈਠੀ ਸੀ ਤਾਂ ਮੇਰੇ ਫੋਨ ਤੇ ਇੱਕ ਮੈਸੇਜ ਆਇਆ ਕਿ ਕੱਲ ਦੁਪਹਿਰ ਨੂੰ ਸਾਈਨ ਹੋਟਲ ਵਿੱਚ ਕਮਰਾ ਨੰਬਰ 37 ਵਿੱਚ ਪਹੁੰਚ ਜਾਵੀਂ, ਨਹੀਂ ਤਾਂ ਮੈਂ ਤੇਰਾ ਰਾਜ ਸਾਰਿਆਂ ਦੇ ਸਾਹਮਣੇ ਖੋਲ੍ਹ ਕੇ ਰੱਖ ਦੇਵਾਂਗਾ। ਮੈਂ ਨਾਲ ਦੀ ਨਾਲ ਹੀ ਮੋਬਾਈਲ ਬੰਦ ਕਰ ਦਿੱਤਾ ਤੇ ਆਪਣਾ ਸਿਰ ਨੂੰ ਜ਼ੋਰ-ਜ਼ੋਰ ਨਾਲ ਕੁੱਟਣ ਲੱਗੀ। ਮੈਂ ਹੋਰ ਪਾਪ ਨਹੀਂ ਸੀ ਕਰ ਸਕਦੀ। ਮੈਂ ਇਹੀ ਸੋਚ ਰਹੀ ਸੀ ਕਿ ਮੈਂ ਹੋਟਲ ਵਿੱਚ ਜਾਵਾਂ ਕਿ ਨਾ। ਜੇ ਮੈਂ ਸੱਚ ਸਾਰਿਆਂ ਨੂੰ ਦੱਸ ਦਿੰਦੀ ਤਾਂ ਸ਼ਾਇਦ ਮੇਰੀ ਗੱਲ ਤੇ ਕਿਸੇ ਨੇ ਯਕੀਨ ਵੀ ਨਹੀਂ ਸੀ ਕਰਨਾ। ਮੈਂ ਤਾਂ ਬਹੁਤ ਹੀ ਪਰੇਸ਼ਾਨ ਸੀ ਕਿ ਮੈਂ ਹੋਟਲ ਦੇ ਕਮਰੇ ਵਿੱਚ ਜਾਵਾਂ ਕਿ ਨਾ ਜਾਵਾਂ। ਰਾਤ ਨੂੰ ਜਦੋਂ ਰਾਜਵੀਰ ਮੇਰੇ ਕਮਰੇ ਵਿੱਚ ਆਇਆ, ਅੱਜ ਉਸਦੇ ਅੰਦਾਜ਼ ਬਿਲਕੁਲ ਹੀ ਬਦਲੇ ਹੋਏ ਸਨ। ਉਹਦੀਆਂ ਅੱਖਾਂ ਵਿੱਚ ਮਦਹੋਸ਼ੀਆਂ ਭਰੀਆਂ ਹੋਈਆਂ ਸਨ। ਅੱਜ ਉਹ ਮੇਰੇ ਬਹੁਤ ਹੀ ਕਰੀਬ ਆ ਗਿਆ ਤੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਮੇਰੇ ਹੱਥਾਂ ਨੂੰ ਫੜ ਕੇ ਚੁੰਮਣ ਲੱਗਾ ਤੇ ਕਹਿਣ ਲੱਗਾ ਕਿ ਰੀਮਾ, ਮੈਂ ਹੁਣ ਤੇਰੇ ਤੋਂ ਜ਼ਿਆਦਾ ਦੂਰ ਨਹੀਂ ਰਹਿ ਸਕਦਾ। ਹੁਣ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ। ਤੂੰ ਮੇਰੇ ਤੋਂ ਕਿਉਂ ਦੂਰ ਭੱਜਦੀ ਹੈ? ਤੂੰ ਮੈਨੂੰ ਇੰਨਾ ਨਾ ਤੜਫਾ। ਮੈਂ ਉਸਦੇ ਹੱਥਾਂ ਵਿੱਚੋਂ ਆਪਣਾ ਹੱਥ ਜ਼ੋਰ ਨਾਲ ਖਿੱਚ ਲਏ। ਉਹ ਮੇਰੀ ਇਸ ਹਰਕਤ ਤੋਂ ਹੈਰਾਨ ਹੋ ਗਿਆ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਮੇਰੇ ਨਾਲ ਹਜੇ ਵੀ ਗੁੱਸੇ ਹੈ। ਮੈਂ ਮੰਨਦਾ ਹਾਂ ਕਿ ਮੈਂ ਵਿਆਹ ਵਾਲੀ ਰਾਤ ਮਜਬੂਰੀ ਕਰਨੀ ਬਾਹਰ ਰਿਹਾ ਸੀ, ਪਰ ਇਸ ਦਾ ਮਤਲਬ ਇਹ ਨਹੀਂ ਕਿ ਤੂੰ ਮੈਨੂੰ ਉਸ ਦੀ ਸਜ਼ਾ ਸਾਰੀ ਜ਼ਿੰਦਗੀ ਹੀ ਦੇਵੇਂਗੀ। ਮੈਂ ਚੁੱਪ ਸੀ ਤੇ ਬਿਲਕੁਲ ਖਾਮੋਸ਼ ਖੜੀ ਸੀ। ਮੈਂ ਉਸਨੂੰ ਕੀ ਜਵਾਬ ਦਿੰਦੀ ਕਿ ਮੈਂ ਕਿਹੜੀ ਮੁਸੀਬਤ ਵਿੱਚ ਹਾਂ। ਪਤਾ ਨਹੀਂ ਉਹ ਮੇਰੀ ਗੱਲ ਦਾ ਵਿਸ਼ਵਾਸ ਕਰਦਾ ਕਿ ਨਾ। ਮੈਂ ਕਿਹਾ, ਰਾਜਵੀਰ, ਮੈਨੂੰ ਇੱਕ ਗੱਲ ਸੱਚ-ਸੱਚ ਦੱਸਿਓ, ਤੁਸੀਂ ਮੈਨੂੰ ਸੱਚਾ ਪਿਆਰ ਕਰਦੇ ਹੋ? ਜਦੋਂ ਮੈਂ ਇਹ ਸਵਾਲ ਕੀਤਾ ਤਾਂ ਉਹ ਮੇਰੇ ਵੱਲ ਪੂਰੇ ਗੌਰ ਨਾਲ ਦੇਖਣ ਲੱਗਾ ਤੇ ਕਹਿਣ ਲੱਗਾ ਕਿ ਤੇਰਾ ਕੀ ਮਤਲਬ ਹੈ? ਹਜੇ ਤੱਕ ਤਾਂ ਮੈਂ ਤੇਰੇ ਨਾਲ ਪਿਆਰ ਕੀਤਾ ਹੀ ਕਦੋਂ ਹੈ? ਤੂੰ ਤਾਂ ਮੈਨੂੰ ਮੌਕਾ ਹੀ ਨਹੀਂ ਦਿੰਦੀ। ਫਿਰ ਉਸਨੇ ਸ਼ਰਾਰਤ ਨਾਲ ਮੇਰੇ ਕੰਨਾਂ ਦੇ ਕੋਲ ਆ ਕੇ ਆਪਣੇ ਬੁੱਲ੍ਹਾਂ ਦੇ ਨਾਲ ਕੁਝ ਕਿਹਾ, ਪਰ ਮੈਨੂੰ ਕੁਝ ਵੀ ਸਮਝ ਨਾ ਆਈ। ਅੱਜ ਰਾਜਵੀਰ ਬਿਲਕੁਲ ਸ਼ਰਾਰਤ ਦੇ ਮੂਡ ਵਿੱਚ ਸੀ, ਪਰ ਮੈਂ ਬਹੁਤ ਹੀ ਘਬਰਾਈ ਤੇ ਸਹਿਮੀ ਹੋਈ ਸੀ। ਤਾਂ ਮੈਂ ਕਿਹਾ ਕਿ ਤੁਹਾਨੂੰ ਸੰਦੀਪ ਕਿਸ ਤਰ੍ਹਾਂ ਦਾ ਲੜਕਾ ਲੱਗਦਾ ਹੈ? ਜਦੋਂ ਮੈਂ ਇਹ ਸਵਾਲ ਕੀਤਾ ਤਾਂ ਉਹ ਕਹਿਣ ਲੱਗਾ ਕਿ ਸਾਡੇ ਦੋਹਾਂ ਵਿਚਕਾਰ ਹੁਣ ਸੰਦੀਪ ਕਿੱਥੋਂ ਆ ਗਿਆ? ਤਾਂ ਰਾਜਵੀਰ ਕਹਿਣ ਲੱਗਿਆ ਕਿ ਵਧੀਆ ਮੁੰਡਾ ਹੈ। ਮੇਰਾ ਤੇ ਰੀਮਾ ਦਾ ਵਧੀਆ ਦੋਸਤ ਹੈ, ਕਿਉਂਕਿ ਅਸੀਂ ਇਕੱਠੇ ਹੀ ਪੜ੍ਹੇ ਹਾਂ ਤੇ ਅਸੀਂ ਇੱਕ ਦੂਜੇ ਦੇ ਪਰਿਵਾਰ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਹਾਂ। ਸੰਦੀਪ ਆਪਣੇ ਮਾਪਿਆਂ ਦਾ ਇੱਕੋ ਇੱਕ ਮੁੰਡਾ ਹੈ। ਹਾਂ, ਜ਼ਰੂਰ ਲਾਡਲਾ ਜ਼ਰੂਰ ਹੈ ਤੇ ਸ਼ਰਾਰਤੀ ਵੀ, ਪਰ ਮੁੰਡੇ ਇਸ ਤਰ੍ਹਾਂ ਦੇ ਹੀ ਹੁੰਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ। ਸ਼ਾਇਦ ਵਿਆਹ ਤੋਂ ਬਾਅਦ ਉਹ ਸੁਧਰ ਜਾਵੇਗਾ, ਇਹ ਮੈਨੂੰ ਪੱਕਾ ਯਕੀਨ ਹੈ। ਤਾਂ ਮੈਂ ਆਪਣੇ ਮਨ ਨੂੰ ਕਰੜਾ ਜਿਹਾ ਕਰਕੇ ਕਿਹਾ ਕਿ ਮੈਨੂੰ ਸੰਦੀਪ ਬਿਲਕੁਲ ਵੀ ਵਧੀਆ ਨਹੀਂ ਲੱਗਦਾ। ਮੇਰੀ ਗੱਲ ਸੁਣ ਕੇ ਰਾਜਵੀਰ ਕਹਿਣ ਲੱਗਾ ਕਿ ਇਸ ਗੱਲ ਨੂੰ ਕਿਸੇ ਹੋਰ ਕੋਲ ਨਾ ਕਹੀਂ, ਕਿਉਂਕਿ ਮੰਮੀ ਤੇ ਰੀਮਾ ਦੇ ਸਾਹਮਣੇ ਤਾਂ ਬਿਲਕੁਲ ਵੀ ਨਾ ਕਰੀ, ਕਿਉਂਕਿ ਮੰਮੀ ਤੇ ਰੀਮਾ ਸੰਦੀਪ ਨੂੰ ਪਸੰਦ ਕਰਦੇ ਹਨ ਤੇ ਮੰਮੀ ਨੇ ਤਾਂ ਆਪਣਾ ਜਵਾਈ ਸੰਦੀਪ ਨੂੰ ਮੰਨ ਲਿਆ ਹੈ। ਮੈਂ ਬਸ ਆਪਣਾ ਦਿਲ ਨੂੰ ਹੋਰ ਮਜ਼ਬੂਤ ਕਰ ਰਹੀ ਸੀ ਕਿ ਅੱਜ ਮੈਂ ਸਾਰੀ ਸੱਚਾਈ ਰਾਜਵੀਰ ਨੂੰ ਦੱਸ ਕੇ ਹੀ ਰਹਾਂਗੀ, ਪਰ ਮੇਰੇ ਤੋਂ ਅੱਗੇ ਕੁਝ ਵੀ ਨਾ ਬੋਲਿਆ ਗਿਆ। ਅਗਲੇ ਦਿਨ ਮੈਂ ਹੋਟਲ ਗਈ ਤਾਂ ਸੰਦੀਪ ਪਹਿਲਾਂ ਹੀ ਹੋਟਲ ਦੇ ਉਸ ਕਮਰੇ ਵਿੱਚ ਬੈਠਾ ਹੋਇਆ ਸੀ। ਉਹ ਮੈਨੂੰ ਦੇਖ ਕੇ ਮੁਸਕਰਾਉਣ ਲੱਗਾ ਤੇ ਕਹਿਣ ਲੱਗਾ ਕਿ ਮੈਨੂੰ ਪੱਕਾ ਯਕੀਨ ਸੀ ਕਿ ਤੂੰ ਜ਼ਰੂਰ ਆਵੇਂਗੀ। ਮੈਂ ਜਦੋਂ ਸੰਦੀਪ ਦੀ ਇਹ ਗੱਲ ਸੁਣੀ ਤਾਂ ਮੈਂ ਰੋਣ ਲੱਗੀ ਤੇ ਮੈਂ ਉਸਨੂੰ ਕਿਹਾ ਕਿ ਮੈਂ ਤੇਰਾ ਕੀ ਵਿਗਾੜਿਆ? ਮੈਂ ਤਾਂ ਤੇਰਾ ਕੋਈ ਬੁਰਾ ਵੀ ਨਹੀਂ ਕੀਤਾ ਤੇ ਤੂੰ ਮੇਰੇ ਨਾਲ ਐਡਾ ਵੱਡਾ ਧੋਖਾ ਕੀਤਾ। ਤਾਂ ਸੰਦੀਪ ਕਹਿਣ ਲੱਗਾ ਕਿ ਮੈਂ ਜਦੋਂ ਤੈਨੂੰ ਪਹਿਲੀ ਵਾਰ ਦੇਖਿਆ ਤਾਂ ਤੂੰ ਮੇਰੇ ਦਿਲ ਨੂੰ ਬਹੁਤ ਚੰਗੀ ਲੱਗੀ। ਮੈਂ ਤੈਨੂੰ ਪਾਉਣਾ ਚਾਹੁੰਦਾ ਸੀ। ਮੈਨੂੰ ਜਿਹੜੀ ਵੀ ਚੀਜ਼ ਚੰਗੀ ਲੱਗਦੀ ਹੈ ਮੈਂ ਉਸਨੂੰ ਹਰ ਹਾਲਤ ਵਿੱਚ ਹੀ ਪਾ ਕੇ ਰਹਿੰਦਾ ਹਾਂ। ਇਸ ਲਈ ਵਿਆਹ ਵਾਲੀ ਰਾਤ ਮੈਂ ਮੰਮੀ ਨੂੰ ਓਵਰਡੋਜ਼ ਦਵਾਈ ਦੇ ਦਿੱਤੀ ਸੀ। ਇਸ ਕਰਕੇ ਉਸਦੀ ਇਹ ਹਾਲਤ ਹੋ ਗਈ ਤੇ ਉਸਦਾ BP ਵੱਧ ਗਿਆ। ਮੈਂ ਹੀ ਮੰਮੀ ਦੀ ਸਿਹਤ ਖਰਾਬ ਕਰੀ ਸੀ, ਕਿਉਂਕਿ ਮੈਂ ਚਾਹੁੰਦਾ ਸੀ ਕਿ ਮੈਂ ਅੱਜ ਦਾ ਮੌਕਾ ਆਪਣੇ ਹੱਥੋਂ ਨਹੀਂ ਗਵਾਉਣਾ ਚਾਹੁੰਦਾ। ਮੈਂ ਨਹੀਂ ਚਾਹੁੰਦਾ ਕਿ ਰਾਜਵੀਰ ਤੇਰੇ ਨਾਲ ਇਹ ਰਾਤ ਗੁਜ਼ਾਰੇ। ਇਸ ਕਰਕੇ ਮੈਂ ਰਾਜਵੀਰ ਨੂੰ ਹਸਪਤਾਲ ਭੇਜ ਦਿੱਤਾ ਸੀ। ਜਦੋਂ ਹਸਪਤਾਲ ਚਲੇ ਗਏ ਤਾਂ ਮੈਂ ਘਰ ਦੀ ਮੇਨ ਸਵਿੱਚ ਬੰਦ ਕਰ ਦਿੱਤੀ ਤਾਂ ਕਿ ਮੈਂ ਤੇਰੇ ਕਮਰੇ ਵਿੱਚ ਪਹੁੰਚ ਸਕਾਂ, ਤੇ ਮੈਂ ਰੀਮਾ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੈਂ ਘਰ ਜਾ ਰਿਹਾ। ਰੀਮਾ ਨੂੰ ਤਾਂ ਇੰਝ ਸੀ ਕਿ ਮੈਂ ਆਪਣੇ ਘਰ ਚਲਾ ਗਿਆ, ਪਰ ਮੈਂ ਆਪਣੇ ਘਰ ਨਹੀਂ ਸੀ ਗਿਆ। ਮੈਂ ਤੇਰੇ ਕਮਰੇ ਵਿੱਚ ਚਲਾ ਗਿਆ ਸੀ। ਹਨੇਰੇ ਵਿੱਚ ਤੂੰ ਮੈਨੂੰ ਪਹਿਚਾਣ ਨਹੀਂ ਸਕੀ ਤੇ ਮੈਂ ਆਪਣੀ ਦਿਲ ਦੀ ਪੁਗਾ ਲਈ। ਉਸਨੇ ਆਪਣੀਆਂ ਸਾਰੀਆਂ ਗੱਲਾਂ ਆਪਣੇ ਮੂੰਹੋਂ ਹੀ ਮੈਨੂੰ ਕਹਿ ਦਿੱਤੀਆਂ।
ਪਰ ਮੇਰਾ ਫੋਨ ਰਾਜਵੀਰ ਨੂੰ ਲੱਗਾ ਹੋਇਆ ਸੀ ਤੇ ਰਾਜਵੀਰ ਨੂੰ ਇਹ ਸਾਰੀਆਂ ਗੱਲਾਂ ਬਾਹਰ ਖੜੇ ਨੂੰ ਸੁਣ ਰਹੀਆਂ ਸੀ। ਮੈਂ ਇੱਕਦਮ ਕਮਰੇ ਦਾ ਗੇਟ ਖੋਲ੍ਹ ਦਿੱਤਾ ਤਾਂ ਰਾਜਵੀਰ ਅੰਦਰ ਆ ਗਿਆ। ਰਾਜਵੀਰ ਨੇ ਉਹ ਸਾਰੀਆਂ ਗੱਲਾਂ ਰਿਕਾਰਡ ਕਰ ਲਈਆਂ ਸਨ। ਰਾਜਵੀਰ ਨੇ ਆਉਂਦਿਆਂ ਹੀ ਸੰਦੀਪ ਦੇ ਮੂੰਹ ਤੇ ਇੱਕ ਜ਼ੋਰਦਾਰ ਥੱਪੜ ਮਾਰਿਆ ਤੇ ਕਿਹਾ ਕਿ ਤੇਰੀ ਇੰਨੀ ਹਿੰਮਤ, ਤੂੰ ਇੰਨਾ ਘਟੀਆ ਹਰਕਤ ਕੀਤੀ ਤੇ ਮੇਰਾ ਵਿਸ਼ਵਾਸ ਤੋੜਿਆ ਤੇ ਉਧਰੋਂ ਮੇਰੀ ਭੈਣ ਰੀਮਾ ਨੂੰ ਧੋਖਾ ਦਿੱਤਾ। ਮੈਨੂੰ ਯਕੀਨ ਨਹੀਂ ਸੀ ਕਿ ਤੂੰ ਇਸ ਤਰ੍ਹਾਂ ਦਾ ਇਨਸਾਨ ਹੋਵੇਗਾ। ਮੈਂ ਤਾਂ ਤੈਨੂੰ ਵਧੀਆ ਇਨਸਾਨ ਮੰਨਿਆ ਸੀ, ਇਸ ਕਰਕੇ ਮੈਂ ਤੇਰੀ ਤੇ ਰੀਮਾ ਦੇ ਵਿਆਹ ਲਈ ਹਾਂ ਕਰ ਦਿੱਤੀ ਸੀ, ਪਰ ਤੂੰ ਤਾਂ ਸਾਰਿਆਂ ਦਾ ਹੀ ਵਿਸ਼ਵਾਸ ਤੋੜ ਦਿੱਤਾ। ਇਹ ਸਭ ਕੁਝ ਜਦੋਂ ਰਾਜਵੀਰ ਨੇ ਸੰਦੀਪ ਨੂੰ ਕਿਹਾ ਤਾਂ ਸੰਦੀਪ ਹੱਕਾ ਬੱਕਾ ਰਹਿ ਗਿਆ। ਸੰਦੀਪ ਨੂੰ ਤਾਂ ਇਹ ਸੀ ਕਿ ਮੈਂ ਉਸਨੂੰ ਬਲੈਕਮੇਲ ਕਰਦਾ ਹੀ ਰਹਾਂਗਾ ਤੇ ਆਪਣੀ ਅਯਾਸ਼ੀ ਕਰਦਾ ਰਹਾਂਗਾ। ਰਾਜਵੀਰ ਨੇ ਸੰਦੀਪ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਹੁਣ ਤੇਰਾ ਤੇ ਰੀਮਾ ਦਾ ਵਿਆਹ ਨਹੀਂ ਹੋ ਸਕਦਾ। ਅਸੀਂ ਦੋਵੇਂ ਘਰ ਆ ਗਏ। ਮੈਨੂੰ ਅੱਜ ਆਪਣੇ ਆਪ ਤੇ ਮਾਣ ਮਹਿਸੂਸ ਹੋ ਰਿਹਾ ਸੀ ਕਿ ਮੈਨੂੰ ਬਹੁਤ ਵਧੀਆ ਘਰ ਵਾਲਾ ਮਿਲਿਆ ਤੇ ਮੈਂ ਪ੍ਰਮਾਤਮਾ ਇਹੋ ਜਿਹਾ ਘਰ ਵਾਲਾ ਹਰ ਇੱਕ ਔਰਤ ਨੂੰ ਦੇਵੇ, ਕਿਉਂਕਿ ਰਾਜਵੀਰ ਨੇ ਜਦੋਂ ਸੱਚਾਈ ਦਾ ਪਤਾ ਲੱਗਾ ਤਾਂ ਰਾਜਵੀਰ ਮੇਰੇ ਤੇ ਵਿਸ਼ਵਾਸ ਕਰ ਰਿਹਾ ਸੀ। ਉਸਨੇ ਮੈਨੂੰ ਇੱਕ ਵਾਰ ਵੀ ਨਹੀਂ ਕਿਹਾ ਕਿ ਤੂੰ ਮੇਰੇ ਨਾਲ ਇਸ ਤਰ੍ਹਾਂ ਕੀਤਾ, ਕਿਉਂਕਿ ਮੈਂ ਬੇਕਸੂਰ ਸੀ। ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਮੇਰੇ ਨਾਲ ਕੀ ਹੋ ਰਿਹਾ। ਮੈਂ ਤੇ ਰਾਜਵੀਰ ਜਦੋਂ ਘਰ ਆ ਗਏ ਤਾਂ ਮੈਂ ਸਾਰੀ ਰਿਕਾਰਡਿੰਗ ਰੀਮਾ ਨੂੰ ਸੁਣਾ ਦਿੱਤੀ। ਰੀਮਾ ਵੀ ਉੱਚੀ-ਉੱਚੀ ਰੋਣ ਲੱਗੀ ਤੇ ਮੇਰੀ ਸੱਸ ਵੀ, ਕਿਉਂਕਿ ਉਹ ਸੰਦੀਪ ਨੂੰ ਬਹੁਤ ਵਧੀਆ ਇਨਸਾਨ ਮੰਨਦੀਆਂ ਸਨ। ਜੇ ਸਾਡੇ ਕੋਲ ਅੱਜ ਰਿਕਾਰਡਿੰਗ ਨਾ ਹੁੰਦੀ ਤਾਂ ਸ਼ਾਇਦ ਰੀਮਾ ਨੇ ਤੇ ਮੰਮੀ ਨੇ ਸਾਡੇ ਤੇ ਯਕੀਨ ਨਹੀਂ ਸੀ ਕਰਨਾ। ਰੀਮਾ ਨੂੰ ਸੰਦੀਪ ਦੀ ਸੱਚਾਈ ਦਾ ਪਤਾ ਲੱਗਿਆ ਤਾਂ ਉਹ ਬਹੁਤ ਰੋਈ ਤੇ ਉਸਦਾ ਦਿਲ ਟੁੱਟ ਗਿਆ ਤੇ ਉਹ ਸਾਰੀ ਰਾਤ ਹੀ ਰੋਂਦੀ ਰਹੀ। ਪਰ ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਰੀਮਾ ਉਸ ਘਟੀਆ ਇਨਸਾਨ ਤੋਂ ਬਚ ਗਈ, ਕਿਉਂਕਿ ਰੀਮਾ ਦੀ ਸਾਰੀ ਜ਼ਿੰਦਗੀ ਉਸ ਇਨਸਾਨ ਨੇ ਬਰਬਾਦ ਕਰ ਦੇਣੀ ਸੀ। ਹਾਂਜੀ ਦੋਸਤੋ, ਕਦੇ ਵੀ ਅੱਖਾਂ ਬੰਦ ਕਰਕੇ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਹਮੇਸ਼ਾ ਉਸ ਨੂੰ ਜਾਣਨਾ ਪਰਖਣਾ ਚਾਹੀਦਾ ਹੈ, ਫਿਰ ਹੀ ਆਪਣੀ ਜ਼ਿੰਦਗੀ ਦਾ ਅਹਿਮ ਫੈਸਲਾ ਕਰਨਾ ਚਾਹੀਦਾ ਹੈ। ਤੁਹਾਡੀ ਕੀ ਰਾਏ ਹੈ ਇਸ ਕਹਾਣੀ ਬਾਰੇ? ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਨਵੀਂ ਕਹਾਣੀ ਸਭ ਤੋਂ ਪਹਿਲਾਂ ਸੁਣਨ ਨੂੰ ਮਿਲੇ। ਮਿਲਾਂਗੇ ਜੀ ਕਿਸੇ ਹੋਰ ਕਹਾਣੀ ਦੇ ਨਾਲ, ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।